ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਖੰਨਾ ਪੁਲਿਸ ਨੇ ਅਜਿਹੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕਬਜ਼ੇ 'ਚੋਂ 4 ਪਿਸਤੌਲ ਵੀ ਬਰਾਮਦ ਕੀਤੇ ਗਏ। ਇਹ ਦੋਵੇਂ ਖਰੜ ਤੇ ਲੁਧਿਆਣਾ ਹਥਿਆਰਾਂ ਦੀ ਸਪਲਾਈ ਕਰਨ ਜਾ ਰਹੇ ਸਨ। ਇਹਨਾਂ ਦੀ ਪਹਿਚਾਣ ਅਭਿਸ਼ੇਕ ਸਕਸੇਨਾ ਵਾਸੀ ਸੈਕਟਰ 40 ਚੰਡੀਗੜ੍ਹ ਅਤੇ ਅਮਨ ਵਾਸੀ ਸੈਕਟਰ 39 ਮਲੋਆ ਕਲੋਨੀ ਚੰਡੀਗੜ੍ਹ ਵਜੋਂ ਹੋਈ ਹੈ। ਅਭਿਸ਼ੇਕ ਦੀ ਉਮਰ 22 ਸਾਲ ਅਤੇ ਅਮਨ ਦੀ ਉਮਰ 18 ਸਾਲ ਹੈ ਤੇ ਦੋਵੇਂ ਪ੍ਰਾਈਵੇਟ ਨੌਕਰੀ ਕਰਦੇ ਸਨ। ਇਹ ਇੰਸਟਾਗ੍ਰਾਮ ਰਾਹੀਂ ਸਪਲਾਇਰ ਦੇ ਸੰਪਰਕ ਵਿੱਚ ਆਏ ਸਨ। ਸਾਡਾ ਜੀ ਜਿਹੜਾ ਖੰਨਾ ਪੁਲਿਸ ਦੀ ਕੰਟੀਨਿਊ ਡਰਾਈਵ ਚੱਲ ਰਹੀ ਹੈ ਮਾੜੇ ਅਨਸਰਾਂ ਦੇ ਖਿਲਾਫ, ਉਹਦੇ ਹੀ ਕੰਟੀਨਿਊਏਸ਼ਨ 'ਚ ਸਾਨੂੰ ਪਿਛਲੇ ਦਿਨੀ ਸਫਲਤਾ ਮਿਲੀ ਹੈ ਜਦੋਂ ਸਾਡੀ ਸਮਰਾਲਾ ਪੁਲਿਸ ਔਰ CIA ਦੀ ਟੀਮ ਨੇ ਜੁਆਇੰਟਲੀ 2 ਦੋਸ਼ੀ ਗ੍ਰਿਫਤਾਰ ਕੀਤੇ ਤੇ ਉਹਨਾਂ ਤੋਂ ਸਾਨੂੰ 4 ਅਸਲੇ ਬਰਾਮਦ ਹੋਏ ਹੈ। ਇਹਦੀ ਡਿਟੇਲ 'ਚ ਮੈਂ ਦੱਸਣਾ ਚਾਹਾਂਗੀ ਕਿ 17 ਜੁਲਾਈ ਨੂੰ ਥਾਣਾ ਸਮਰਾਲਾ ਦੀ ਪੁਲਿਸ ਪਾਰਟੀ ਚੈਕਿੰਗ ਲਈ ਹੈਡੋ ਜਿਹੜੀ ਚੌਂਕੀ ਹੈ ਉਹਦੇ ਸਾਹਮਣੇ ਮੌਜੂਦ ਸੀ ਜਦੋਂ ਇੱਕ ਮੋਟਰਸਾਈਕਲ ਬਜਾਜ ਪਲਸਰ ਵਿਦਆਊਟ ਨੰਬਰ ਪਲੇਟ ਉਹਦੇ ਉੱਤੇ ਉਹਨੂੰ ਸ਼ੱਕ ਦੇ ਬਿਨਾਂ ਤੇ ਇੰਟਰਸੈਪਟ ਕੀਤਾ ਗਿਆ ਤੇ ਉਹਦੇ ਉੱਤੇ 2 ਨੌਜਵਾਨ ਸਵਾਰ ਸੀਗੇ। ਜਦੋਂ ਉਹਨਾਂ ਦੀ ਆਇਡੈਂਟੀਟੀ ਪੁੱਛੀ, ਇੱਕ ਦਾ ਨਾਂ ਸੀ ਅਭਿਸ਼ੇਕ ਸਕਸੈਨਾ ਵਾਸੀ ਸੈਕਟਰ 40A ਚੰਡੀਗੜ੍ਹ ਔਰ ਦੂਜਾ ਅਮਨ ਉਹ ਵਾਸੀ ਸੈਕਟਰ 39 ਮਲੋਆ ਕਲੋਨੀ ਚੰਡੀਗੜ੍ਹ ਔਰ ਉਹਨਾਂ ਦੇ ਕੋਲ ਇੱਕ ਪਿੱਠੂ ਬੈਗ ਸੀ ਜਿਹਦੀ ਜਦੋਂ ਤਲਾਸ਼ੀ ਲਈ ਗਈ ਉਹਦੇ 'ਚ 3 ਦੇਸੀ ਕੱਟੇ 315 ਬੋਰ ਪਿਸਟਲ ਉਹਦੇ 'ਚੋਂ ਬਰਾਮਦ ਹੋਏ ਸੀ ਔਰ ਇਸ ਬਿਹਾਫ ਤੇ ਬਿਕੋਜ਼ ਆਫ ਵਿਦਆਊਟ ਨੰਬਰ ਪਲੇਟ ਬਾਈਕ ਔਰ ਜਿਹੜਾ ਅਸਲਾ ਬਰਾਮਦ ਹੋਇਆ ਉਹਦੇ ਬੇਸ ਤੇ ਅਸੀਂ FIR ਲੌਂਚ ਕੀਤਾ ਸੀ। FIR ਨੰਬਰ 138 ਅੰਡਰ 2554 ਅਸਲਾ ਐਕਟ ਥਾਣਾ ਸਮਰਾਲਾ। ਤੇ ਉਸ ਤੋਂ ਬਾਅਦ ਉਹਨਾਂ ਦੀ ਜਦੋਂ ਅਸੀਂ ਰਿਮਾਂਡ ਲਈ ਉਹਦੇ 'ਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਜਦੋਂ ਸਸਟੇਨਡ ਇੰਟਰੋਗੇਸ਼ਨ 'ਚ ਪੁੱਛਗਿੱਛ 'ਚ ਪਤਾ ਲੱਗਿਆ ਕਿ 20 ਤਰੀਕ ਨੂੰ ਜਿਹੜੇ ਇਹ ਦੋਸ਼ੀ ਸੀ ਇਹਨਾਂ ਤੋਂ ਅਸੀਂ ਨਿਸ਼ਾਨਦੇਹੀ ਤੇ ਇੱਕ ਹੋਰ ਅਸਲਾ ਬਰਾਮਦ ਕੀਤਾ ਸੇਮ ਦੇਸੀ ਕੱਟਾ 315 ਬੋਰ। ਇਹ ਹੈਡੋਂ ਏਰੀਆ 'ਚ ਹੀ ਚੰਡੀਗੜ੍ਹ ਸਮਰਾਲਾ ਰੋਡ ਤੇ ਹੀ ਸਾਨੂੰ ਬਰਾਮਦ ਹੋਇਆ ਔਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਚੱਲਿਆ ਕਿ ਜਿਹੜਾ ਦੋਸ਼ੀ ਅਮਨ ਹੈ ਉਹ ਇੰਸਟਾਗ੍ਰਾਮ ਦੇ ਥਰੂ ਇੱਕ ਹਲੇ ਤੱਕ ਅਨਨੋਨ ਬੰਦਾ ਹੈ ਉਹਦੇ ਕੰਟੈਕਟ 'ਚ ਰਹਿ ਕੇ ਅਭਿਸ਼ੇਕ ਨੂੰ ਲੈ ਕੇ ਗਿਆ ਸੀ ਖਰੜ। ਉੱਥੋਂ ਇਹਨੇ ਇਹ ਵੈਪਨਸ ਜਿਹੜੇ ਪ੍ਰੋਕਿਓਰ ਕੀਤੇ ਤੇ ਅੱਗੇ ਦਾ ਪਲਾਨ ਸੀ ਲੁਧਿਆਣਾ ਇਹਨਾਂ ਨੂੰ ਸਪਲਾਈ ਕਰਨ ਦਾ। ਸੋ ਹੁਣ ਤਾਂ ਇਹਨਾਂ ਨੂੰ ਅਸੀਂ 20 ਤਰੀਕ ਨੂੰ ਜੁਡੀਸ਼ੀਅਲ 'ਚ ਭੇਜ ਚੁੱਕੇ ਪਰ ਜਿਹੜਾ ਸਾਨੂੰ ਇਹ ਕਲੂ ਮਿਲਿਆ ਵੀ ਆਰ ਹੋਪਿੰਗ ਕਿ ਅਸੀਂ ਅੱਗੇ ਵੀ ਇਹਨੂੰ ਤਫਤੀਸ਼ ਨੂੰ ਵਧਾ ਕੇ ਹੋਰ ਬਰਾਮਦਗੀਆਂ ਕਰੀਏ ਔਰ ਜਿਵੇਂ ਕਿ ਇਹਨਾਂ ਕੋਲ 4 ਅਸਲੇ ਸਾਨੂੰ ਬਰਾਮਦ ਹੋਏ ਆ ਔਰ ਇਹਨਾਂ ਦਾ ਮੰਤਵ ਇਹ ਸੀ ਕਿ ਇਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਨਾ ਹੋਰ ਲੁੱਟਾਂ ਖੋਹਾਂ ਨੂੰ ਅੰਜਾਮ ਦੇਣਾ ਸੀ। ਸੋ ਡਿਊ ਟੂ ਦਿਸ ਰਿਕਵਰੀ ਅੱਗੇ ਕ੍ਰਾਈਮ ਨੂੰ ਅਸੀਂ ਪ੍ਰੀਵੈਂਟ ਕੀਤਾ ਔਰ ਇਹਨਾਂ ਦੇ ਬੈਕਗਰਾਊਂਡ ਬਾਰੇ ਦੱਸਣਾ ਚਾਹਾਂਗੀ ਕਿ ਦੋਨੋਂ ਯੰਗ ਲੜਕੇ, ਜਿਹੜਾ ਅਭਿਸ਼ੇਕ ਹੈ ਉਹ 22 ਸਾਲ ਦਾ ਹੈ ਔਰ ਜਿਹੜਾ ਅਮਨ ਹੈ ਉਹ ਜਸਟ 18 ਸਾਲ ਦਾ ਹੈ ਔਰ ਦੋਨੋਂ ਪ੍ਰਾਈਵੇਟ ਨੌਕਰੀ ਕਰਦੇ ਔਰ ਇਹਨਾਂ ਦਾ ਕੋਈ ਪ੍ਰਾਇਰ ਕ੍ਰਿਮੀਨਲ ਬੈਕਗਰਾਊਂਡ ਨਹੀਂ ਹੈ। ਕੱਲ੍ਹ ਰਾਤ ਨੂੰ ਸਾਡੇ ਐਮਰਜੈਂਸੀ ਮੈਡੀਕਲ ਆਫਿਸਰ ਨੇ ਇਹ 2 ਪੇਸ਼ੈਂਟ ਐਡਮਿਟ ਕੀਤੇ ਸੀ। ਇਹਨਾਂ ਦੇ ਉੱਪਰ ਹਮਲਾ ਕੀਤਾ ਸੀ ਤੇ ਇਹ ਔਨ ਡਿਊਟੀ ਸੀ ਤੇ ਜਦੋਂ ਵੀ ਆਏ ਇਹਨਾਂ ਦਾ ਅਸੀਂ ਜੋ ਵੀ ਕਾਰਵਾਈ ਸੀ ਇਲਾਜ ਵੀ ਕੀਤਾ ਤੇ ਇਹਨਾਂ ਦਾ ਮੈਡੀਕਲ ਲੀਗਲ ਪਰਚਾ ਵੀ ਕੱਟਿਆ ਤੇ ਉਹਦੇ ਇਲਾਵਾ ਜੋ ਇਹਨਾਂ ਦੀ ਅੱਗੇ ਹੈ ਟ੍ਰੀਟਮੈਂਟ ਉਹ ਅਸੀਂ ਕਰ ਰਹੇ ਹਾਂ। ਇੱਕ ASI ਆਪਣੇ ਤੇ ਇੱਕ ਜਸਵੰਤ ਸਿੰਘ ASI ਤੇ ਪਰਮਜੀਤ ਸਿੰਘ। ਦੇਰ ਰਾਤ ਸਤਲੁਜ ਦਰਿਆ ਕਿਨਾਰੇ ਰੇਤੇ ਦੀ ਮਾਈਨਿੰਗ ਨਾਜਾਇਜ਼ ਨੂੰ ਰੋਕਣ ਗਏ ਮਾਛੀਵਾੜਾ ਪੁਲਿਸ ਦੇ ਸਹਾਇਕ ਥਾਣੇਦਾਰ ਅਤੇ ਕਰਮਚਾਰੀਆਂ ਤੇ ਹਮਲਾ ਕਰ ਦਿੱਤਾ ਤੇ ਹਮਲਾਵਰ ਪੁਲਿਸ ਦੇ ਕਬਜ਼ੇ 'ਚੋਂ ਰੇਤੇ ਦੀ ਭਰੀ ਨਾਜਾਇਜ਼ ਟਰਾਲੀ ਅਤੇ ਗ੍ਰਿਫਤਾਰ ਕੀਤਾ ਕਥਿਤ ਦੋਸ਼ੀ ਵੀ ਛੁਡਵਾ ਕੇ ਲੈ ਗਏ। ਮਾਛੀਵਾੜਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ 7 ਵਿਅਕਤੀ ਜਿਨ੍ਹਾਂ ਦੀ ਪਹਿਚਾਣ ਹੋ ਗਈ ਹੈ ਤੇ ਇਸ ਤੋਂ ਇਲਾਵਾ ਕਈ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਕਾਤਲਾਨਾ ਹਮਲਾ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਡਿਟੇਲਸ ਤਾਂ ਨਹੀਂ ਜ਼ਿਆਦਾ ਨਹੀਂ ਪਤਾ। ਰਾਤ ਦੀ ਸਾਨੂੰ DSP ਸਾਹਿਬ ਨੂੰ ਇਨਫੋਰਮੇਸ਼ਨ ਸੀਗੀ ਕਿ ਮਾਛੀਵਾੜਾ ਏਰੀਆ 'ਚ ਇੱਕ ਮਾਈਨਿੰਗ ਚੱਲ ਰਹੀ ਹੈ ਤਾਂ ਉਹਨਾਂ ਨੇ SHO ਮਾਛੀਵਾੜਾ ਔਰ ਸਾਰੀ ਟੀਮ ਨੂੰ ਭੇਜਿਆ ਸੀ ਉੱਥੇ ਮੌਕੇ ਤੇ ਵੈਰੀਫਾਈ ਕਰਨ ਲਈ ਤੇ ਇਹਨਾਂ ਨੂੰ ਇੱਕ ਟਰਾਲੀ ਮਿਲ ਵੀ ਗਈ ਸੀਗੀ ਤੇ ਜਿਹੜਾ SHO ਮਾਛੀਵਾੜਾ ਹੈ ਸਬ ਇੰਸਪੈਕਟਰ ਸੰਤੋਖ ਇੰਚਾਰਜ ਚੌਂਕੀ ਸ਼ੇਰਪੁਰੇ ਇਹਨਾਂ ਦੀ 70 ਜਣਿਆਂ ਦੀ ਟੀਮ ਸੀਗੀ। ਇਹਨਾਂ ਨੇ ਟਰਾਲੀ ਨੂੰ ਕਾਬੂ ਵੀ ਕਰ ਲਿਆ ਸੀ ਤੇ ਮਿਡਵੇ ਇਹਨਾਂ ਨੂੰ ਇੱਕ ਗੱਡੀ ਨੇ ਵਿੱਚ ਇੰਟਰਸੈਪਟ ਕੀਤਾ ਔਰ ਜਦੋਂ ਇਹਨਾਂ ਨੂੰ ਹੱਥੋਂ ਪਾਈ ਕਰਨ ਲੱਗ ਪਏ ਤੇ ਲਾਠੀਆਂ ਨਾਲ ਕੁੱਟਣਾ ਵੀ ਸ਼ੁਰੂ ਕਰਤਾ ਤੇ ਜਿਹੜਾ ਉਹਦਾ ਅਕਿਊਜ਼ ਸੀਗਾ ਟਰਾਲੀ ਦਾ ਜਿਹੜਾ ਡਰਾਈਵਰ ਲੈ ਕੇ ਆ ਰਹੀ ਸੀ ਟਰਾਲੀ ਵੀ ਛੁਡਾ ਕੇ ਲੈ ਗਏ ਤੇ ਉਹਨੂੰ ਲੜਕੇ ਨੂੰ ਵੀ ਭਜਾ ਕੇ ਲੈ ਗਏ ਤੇ ਇਹਦੇ 'ਚ ਅਸੀਂ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਸਾਡੀ DSP ਸਾਹਿਬ ਤੇ ਸਾਡੀ ਟੀਮ ਨੇ ਇਹਨਾਂ ਨੂੰ ਲੈ ਕੇ ਆਏ, ਇਹਨੂੰ ਮੈਡੀਕਲ ਏਡ ਕਰਾਇਆ ਹੈ। ਚੌਂਕੀ ਇੰਚਾਰਜ ਸ਼ੇਰਪੁਰ ਔਰ ਉਹਨਾਂ ਦਾ ਹੋਮਗਾਰਡ ਹਲੇ ਵੀ ਹਸਪੀਟਲ 'ਚ ਹੈ, ਉਹਨਾਂ ਦੇ ਸ਼ਾਇਦ ਫ੍ਰੈਕਚਰਸ ਹੈਗੇ ਤੇ ਅਸੀਂ ਇਸ ਹਿਸਾਬ ਤੇ FIR ਲੌਂਚ ਕਰ ਦਿੱਤੀ ਹੈ ਜੀ 307 353 186 379B
148 149 ਔਰ ਜਿਹੜਾ ਮਾਈਨਿੰਗ ਐਕਟ ਦਾ ਪਰਚਾ ਹੁੰਦਾ ਹੈ, ਇਹ ਸਾਰੇ ਸੈਕਸ਼ਨਸ ਲਾ ਕੇ ਅਸੀਂ FIR ਲੌਂਚ ਕਰ ਦਿੱਤਾ ਹੈ ਤੇ ਹੁਣ ਤੱਕ ਸਾਡੇ ਅਰਾਊਂਡ 2 ਅਕਿਊਜ਼ ਅਸੀਂ ਫੜ ਵੀ ਲਏ ਹੈ। ਅਬੋਹਰ ਦੇ ਨਵੇਂ ਬਣੇ ਬੱਸ ਅੱਡੇ ਵਿੱਚ ਸਵਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਸਥਾਨਕ ਲੋਕਾਂ ਵੱਲੋਂ ਰੋਸ ਜਤਾਇਆ ਗਿਆ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਇੱਥੇ ਅਨਾਜ ਮੰਡੀ ਦੇ ਨਜ਼ਦੀਕ ਨਵੇਂ ਬੱਸ ਅੱਡੇ ਦਾ ਨਿਰਮਾਣ ਕਰਵਾਇਆ ਗਿਆ ਤੇ ਬੱਸ ਅੱਡਾ ਜਿੱਥੇ ਸ਼ਹਿਰ ਤੋਂ ਦੂਰ ਹੋਣ ਕਾਰਨ ਸਵਾਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਉੱਥੇ ਹੀ ਸੁੰਨਸਾਨ ਜਗ੍ਹਾ ਤੇ ਹੋਣ ਕਾਰਨ ਅਕਸਰ ਲੁਟੇਰਿਆਂ ਵੱਲੋਂ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਦਾ ਡਰ ਵੀ ਬਣਿਆ ਰਹਿੰਦਾ ਹੈ। ਰਾਜੂ ਜੀ, ਕਿਸ ਤਰ੍ਹਾਂ ਦੀ ਪ੍ਰੋਬਲਮ ਆ ਰਹੀਆਂ ਨੇ ਇੱਥੇ? ਪ੍ਰੋਬਲਮ ਸਰ ਇੱਕ ਤਾਂ ਅਸੀਂ ਕਹਿੰਦੇ ਵੀ ਸਫਾਈ ਵਾਲੇ ਸਾਨੂੰ 2 ਪੱਕੇ ਦੇਣ ਜੀ, ਇੱਕ ਬੰਦਾ ਆਉਂਦਾ ਇੱਕ ਆਉਂਦਾ ਨਹੀਂ ਜੀ, 2 ਬੰਦੇ ਪਰਮਾਨੈਂਟ ਇਹ ਦੇਣ ਜੀ, 2 ਅਸੀਂ ਰੱਖੇ। ਮੰਨ ਲਓ ਇੱਥੇ ਇਹਨਾਂ ਨੇ ਸੁਵਿਧਾ ਕੀਤੀ ਹੋਈ ਜੀ, ਅਸੀਂ ਜਿਹੜੇ ਪੈਸੇ ਇਕੱਠੇ ਕਰਦੇ ਉਹਨਾਂ 'ਚੋਂ 2 ਬੰਦੇ ਅਸੀਂ ਰੱਖੇ ਹੋਏ ਜੀ, 2 ਸਾਨੂੰ ਕਮੇਟੀ ਪੱਕੇ ਦੇ ਜੀ, ਇੱਕ ਬੰਦਾ ਆਉਂਦਾ ਇੱਕ ਆਉਂਦਾ ਨਹੀਂ ਸੁਬਾਹ। ਇੱਕ ਏਰੀਆ ਵੱਡਾ ਹੋਣ ਕਰਕੇ ਏਰੀਆ ਇੱਥੇ ਸਵੇਰ ਤੋਂ ਸ਼ਾਮ ਤੱਕ ਲੱਗ ਜਾਂਦਾ ਜੀ। ਇੱਕ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਾਡੇ 2 ਪਰਮਾਨੈਂਟ ਇੱਥੇ ਪੁਲਿਸ ਰਵੇ ਜੀ, 2-4 ਬੰਦੇ ਰਹਿਣ। ਸਾਡੀ ਮੰਨ ਲਓ ਇਹ ਜੀ ਕੈਪੈਸਿਟੀ ਹੈ ਜੀ, ਜ਼ਿਆਦਾ ਮੰਨ ਲਓ ਏਰੀਆ ਖਤਰਨਾਕ ਹੈ ਜੀ। वो अड्डा सही सी या ये अड्डा ठीक सी? वो अड्डा सही सी, साढ़े में तो पूरा पानी पूरी भी नहीं होता है, बस पहले उधर से ही मिल जाते सी। इधर लोग सवारी ही नहीं आती, मंडी आती है सारी, उससे समाज को भी दिक्कत होती, तकलीफ होती सवारियों को। वो यहाँ पे आके लड़ाई दंगे करते हैं। मैं तो मेरे गुरु मंगते हैं दोनों, मेरे गुरु का नाम है जन्नत सूफी, असं दोनों मंगते हैं। अब वो तो आते हैं पर वो बैठे रहते हैं, पर मैं मंगती हाँ जो सवारी तो मंगा भी। अब इतने मंडी आती, मंडी के पीछे सवारी तो आती नहीं, वो मलोड़ चौक से उतर जाते आते, फिर पहले वहाँ पे तो साਡਾ पूरा हो जाता सी, यहाँ पे पूरा नहीं होता, कोई खर्चा नहीं पूरा हो रहा, कोई खर्चा पूरा नहीं होता यार। ਸਟੇਜਾਂ ਤੇ ਧੂਮਾਂ ਪਾਉਣ ਵਾਲੀ ਅਬੋਹਰ ਦੀ ਗਾਇਕ ਜੋੜੀ ਹਰਕੇਸ਼ ਗਿੱਲ ਅਤੇ ਜਸਪਾਲ ਲਵਲੀ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਗਾਇਕ ਹਰਕੇਸ਼ ਗਿੱਲ ਨੇ ਦੱਸਿਆ ਹੈ ਕਿ ਉਹ ਮਸ਼ਹੂਰ ਪੰਜਾਬੀ ਗਾਇਕ ਲਾਭ ਹੀਰਾ ਦੇ ਗੁਰਪਾਈ ਹਨ ਤੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਸੀ, ਜਿਸ ਤੋਂ ਬਾਅਦ ਹੌਲੀ-ਹੌਲੀ ਸਟੇਜਾਂ ਤੋਂ ਪਰਫਾਰਮੈਂਸ ਕਰਨ ਤੋਂ ਬਾਅਦ ਅੱਜ ਉਹ ਇਸ ਮੁਕਾਮ ਤੇ ਪਹੁੰਚੇ ਹਨ। ਇਸ ਮੌਕੇ ਗਾਇਕਾ ਜਸਪਾਲ ਲਵਲੀ ਨੇ ਦੱਸਿਆ ਕਿ ਉਹ ਵੀ ਬਚਪਨ ਤੋਂ ਹੀ ਗਾਇਕੀ ਦਾ ਸ਼ੌਂਕ ਰੱਖਦੇ ਸਨ ਤੇ ਉਹਨਾਂ ਇਹ ਵੀ ਹੌਲੀ-ਹੌਲੀ ਸਟੇਜਾਂ ਤੇ ਪਰਫਾਰਮੈਂਸ ਕਰਦਿਆਂ ਇਸ ਮੁਕਾਮ ਨੂੰ ਹਾਸਲ ਕੀਤਾ ਹੈ। ਕਾਲਿਆਂ ਦਾ ਹਿੱਸਾ ਰੰਗ ਗੋਰਿਆਂ ਨੂੰ ਦੇ ਕੇ, ਕਾਲਿਆਂ ਦਾ ਹਿੱਸਾ ਰੰਗ ਗੋਰਿਆਂ ਨੂੰ ਦੇ ਕੇ ਕਿਹਾ ਛੱਡਿਆ ਅਜੇ ਵੀ ਇਹ ਟੰਗੇ ਔਰ ਬਾਹਰ ਨਾਲੇ ਗੋਰਾ ਰੰਗ ਦੇਤਾ, ਮੂੰਹ ਦੀ ਚਪਾਰ ਤੱਕ ਮੰਡੇ ਔਰ ਬਾਹਰ ਨਾਲੇ ਗੋਰਾ ਰੰਗ ਦੇਤਾ, ਮੂੰਹ ਦੀ ਚਪਾਰ ਤੱਕ ਮੰਡੇ ਔਰ ਬਾਹਰ ਨਾਲੇ ਗੋਰਾ ਰੰਗ ਦੇਤਾ। ਰਕੇਸ਼ ਜੀ, ਜਿਹੜਾ ਤੁਸੀਂ ਅੱਜ ਕਲਾਕਾਰੀ ਦੇ ਕਿੱਥੋਂ ਦਾ ਸ਼ੌਂਕ ਪੂਰਾ ਹੋਇਆ ਸੀ? ਸਾਨੂੰ ਬਚਪਨ ਦਾ ਸ਼ੌਂਕ ਹੈ ਜੀ। ਸਾਡੇ ਪਿੰਡ ਦੇ ਵਿੱਚ ਇੱਕ ਗੁਰਜੰਟਦੀਪ ਐਂਡ ਪਾਰਟੀ ਨਾਂ ਲੁਧਿਆਣੇ ਤੋਂ ਸਿੱਖਦਾ ਸੀਗਾ, ਕੁਲਦੀਪ ਪਾਰਸੀ ਜੀ ਦਾ ਚੇਲਾ ਸੀ ਉਹ ਪਿੰਡ ਦੇ ਵਿੱਚ ਗਾਉਂਦਾ ਹੁੰਦਾ ਸੀ ਤੂੰਬੀ ਤੇ ਜੀ। ਉਹਨੂੰ ਵੇਖੋ ਵੇਖ ਸਾਨੂੰ ਵੀ ਸ਼ੌਂਕ ਹੋ ਗਿਆ ਔਰ ਤੂੰਬੀ ਉਹਦੀ ਬੜੀ ਸੋਹਣੀ ਲੱਗਦੀ ਸਾਨੂੰ, ਫਿਰ ਅਸੀਂ ਵੀ ਤੂੰਬੀ ਸਿੱਖੀ। ਸਕੂਲ 'ਚ ਕਿਹੜੇ ਪੜ੍ਹਾਈ ਕੀਤੀ ਤੁਸੀਂ, ਕਿਹੜੇ ਪਿੰਡ? ਅਸੀਂ ਪਿੰਡ ਪਤਲੀ, ਜਿਹੜਾ ਮੇਰਾ ਦਾ ਖਾਸ ਪਿੰਡ ਹੈ ਪਤਲੀ, ਅਸੀਂ ਉੱਥੋਂ ਤਾਂ ਹੀ ਪੜ੍ਹਾਈ ਕੀਤੀ ਹੈ ਜੀ। ਮੈਟ੍ਰਿਕ ਤਾਂ ਹੀ ਪੜ੍ਹਾਈ ਇੱਥੇ ਕੀਤੀ ਅਸੀਂ, ਫਿਰ 2 ਕਲਾਸਾਂ ਅਸੀਂ ਸ਼ਹਿਰ ਕੀਤੀਆਂ, ਸਾਦਿਕ ਸ਼ਹਿਰ। ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈਗੇ ਨੇ ਜੀ? ਸਾਡੇ ਪਰਿਵਾਰ 'ਚ ਜੀ 3 ਭਾਈ ਹਾਂ ਅਸੀਂ ਔਰ 5 ਭੈਣ। ਤੁਹਾਡੇ ਕੋਈ ਬਚਪਨ ਦੀ ਮੰਮੀ ਦੀ ਕੋਈ ਯਾਦ ਹੈਗੀ ਤੁਹਾਡੀ, ਕੋਈ ਨਿੱਕੇ ਹੁੰਦੇ ਦੀ ਕੋਈ? ਆ ਜਿਹੜੇ ਚਪੇੜੇ ਚਪੂੜੇ ਵੱਜਦੇ ਸੀ ਕਈ ਵਾਰੀ ਉਹ ਵੀ ਯਾਦ ਹੈ। ਠੀਕ ਹੈ ਜੀ। ਜਾਂ ਕਈ ਵਾਰੀ ਜਦੋਂ ਅਸੀਂ ਬਾਹਰ ਨਿਕਲ ਜਾਂਦੇ ਸਾਂ, ਕਿਉਂ ਮੁੰਡੇ ਲੈ ਜਾਂਦੇ ਸੀ ਮੈਨੂੰ ਵੀ ਗੀਤ ਸੁਣਾ ਤੂੰ ਰੋਟੀ ਖਾ ਕੇ, ਸ਼ਾਮ ਨੂੰ ਅਸੀਂ ਬਾਹਰ ਉੱਠ ਜਾਂਦੇ ਤਾਂ ਮਾਤਾ ਜੀ ਹੋਰੀ ਉਹਨਾਂ ਚਿਰ ਜਾਗਦੇ ਰਹਿੰਦੇ ਜਿੰਨਾ ਚਿਰ ਅਸੀਂ ਮੁੜ ਕੇ ਨਾ ਆਉਂਦੇ। ਤੇ ਇਹ ਗੱਲਾਂ ਜਿਹੜੀਆਂ ਜੀ ਸਾਡੇ ਯਾਦ ਆਉਂਦੀਆਂ। ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਕੱਲਾ ਦਾ ਗਰੀਬ ਪਰਿਵਾਰ ਕੋਠੇ ਦੀ ਛੱਤ ਡਿੱਗਣ ਨਾਲ ਆਇਆ ਥੱਲੇ ਤੇ ਮੌਕੇ ਤੇ ਆਂਢ ਗੁਆਂਢ ਦੇ ਲੋਕਾਂ ਨੇ ਉਹਨਾਂ ਦੀ ਜਾਨ ਬਚਾਈ। ਮੀਡੀਆ ਨਾਲ ਗੱਲਬਾਤ ਕਰਦੇ ਗੁਰਨਾਮ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਦੁਪਹਿਰ ਦੇ ਸਮੇਂ ਹੋ ਰਹੀ ਬਾਰਿਸ਼ ਦੇ ਕਾਰਨ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਸਮੇਤ ਆਪਣੇ ਘਰ ਵਿੱਚ ਮੌਜੂਦ ਸਨ ਤਾਂ ਅਚਾਨਕ ਸਾਡੇ ਕਮਰੇ ਦੀ ਛੱਤ ਸਾਡੇ ਉੱਤੇ ਡਿੱਗ ਪਈ ਤਾਂ ਅਸੀਂ ਆਪਣੇ ਬੱਚਿਆਂ ਸਮੇਤ ਥੱਲੇ ਆ ਗਏ। ਕੀ ਨਾਮ ਭੈਣ ਜੀ? ਲਖਵਿੰਦਰ ਕੌਰ। ਅੱਛਾ, ਤੇ ਕੀ ਗੱਲਬਾਤ ਬਣੀ ਜਦੋਂ ਤੁਹਾਡਾ ਮਕਾਨ ਡਿੱਗਾ?
ਅਸੀਂ ਬੈਠੇ ਹੀ ਮੈਂ ਕੁੜੀ ਨੂੰ ਦੁੱਧ ਦੇਂਦੀ ਸੀ, ਪਤਾ ਹੀ ਨਹੀਂ ਲੱਗਾ ਕਦ ਕਿਸ ਵੇਲੇ ਸੱਤ ਉੱਤੇ ਆਣ ਕੇ ਡਿੱਗ ਪਈ ਸਾਡੇ। ਅੱਛਾ ਤੇ ਤੁਸੀਂ ਮਲਬੇ ਦੇ ਹੇਠ ਦੱਬੇ ਗਏ? ਹਾਂਜੀ ਕਿੰਨੇ ਜੀ ਤੁਸੀਂ ਅੰਦਰ ਸੀ? 3। ਅੱਛਾ ਤੇ ਜਿਹੜੀ ਛੋਟੀ ਜੀ ਬੱਚੀ ਉਹਦੀ ਫਿਰ ਕਿੱਦਾਂ ਜਾਨ ਬਚਾਈ ਤੁਸੀਂ? ਉਹਨੂੰ ਦੁੱਧ ਦੇਂਦੀ ਸੀ, ਜਦੋਂ ਉੱਤੇ ਆਣ ਕੇ ਛੱਤ ਡੇ ਪਈ ਉਹਨੂੰ ਮੈਂ ਗੋਦੀ ਦੇ ਵਿੱਚੋਂ ਹੀ ਨਹੀਂ ਕੱਢਿਆ। ਤੁਹਾਡੇ ਕਿੱਥੇ ਲੱਗੀ ਸੱਟ? ਮੇਰੇ ਸਿਰ 'ਚ ਆ ਤੇ ਲੱਕ 'ਚ ਆ ਤੇ ਹੱਥ ਤੇ ਆ। ਤੇ ਜਿਸ ਤਰੀਕੇ ਨਾਲ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ, ਕਮਰਾ ਤੁਹਾਡਾ ਇੱਕੋ ਹੀ ਉਹ ਵੀ ਡਿੱਪਿਆ ਵਾ, ਤੇ ਕੀ ਮੰਗ ਸਰਕਾਰ ਕੋਲੋਂ, ਪ੍ਰਸ਼ਾਸਨ ਕੋਲੋਂ ਕੀ ਮੰਗ? ਤੇ ਬਸ ਇਹੀ ਮੰਗਿਆ ਵੀ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਗਰੀਬਾਂ ਦੀ। ਗੱਲਬਾਤ ਐਵੇਂ ਹੋਈ ਆ ਵੀ ਇਹ ਪਰਿਵਾਰ ਸਾਰਾ ਅੰਦਰ ਬੈਠੇ, ਮੀਂਹ ਪੈਣ ਡਿਆ ਸੀ। ਮੀਂਹ ਪੈਂਦੇ ਸਮੇਂ ਦੇ ਵਿੱਚ ਅਚਾਨਕ ਬਿਜਲੀ ਕੜਕੀ ਆ ਤੇ ਉਦੋਂ ਇਹਨਾਂ ਦਾ ਮਕਾਨ ਢਹਿ ਢੇਰੀ ਹੋ ਗਿਆ ਤੇ ਸਾਨੂੰ ਵੀ ਇੱਥੋਂ ਫੋਨ ਗਿਆ ਵੀ ਆਹ ਗੱਲ ਹੋ ਗਈ। ਅਸੀਂ ਸਾਰੇ ਫਟਾਫਟ ਭੱਜ ਕੇ ਆਏ ਆ ਤੇ ਸਾਰੀ ਸੰਗਤ ਨੇ ਨਾਲ ਮਿਲ ਕੇ ਇਹਨਾਂ ਨੂੰ ਮਲਬੇ ਹੇਠੋਂ ਕੱਢਿਆ, ਸਾਰੇ ਪਰਿਵਾਰ ਨੂੰ। ਤੇ ਪਰਿਵਾਰ ਬਹੁਤ ਗਰੀਬ ਆ। ਸਰਕਾਰ ਨੂੰ ਇਹ ਬੇਨਤੀ ਹੈ ਵੀ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ। ਹੋਰ ਵੀ ਜੋ ਵੀਰ ਮੇਰੇ ਸੇਵਾ ਕਰਦੇ ਨੇ ਉਹਨਾਂ ਨੂੰ ਬੇਨਤੀ ਆ ਵੀ ਇਸ ਪਰਿਵਾਰ ਦੀ ਬਾਂਹ ਫੜੀ ਜਾਵੇ, ਕਿਉਂਕਿ ਜੋ ਘਰ ਦਾ ਸਮਾਨ ਹੈ ਸਾਰਾ ਹੀ ਵਰਤੋਂ ਵਾਲਾ, ਬੈੱਡ, ਮੰਜੇ, ਕੁਰਸੀਆਂ, ਪੱਖੇ, ਖਾਣ ਪੀਣ ਦਾ ਸਮਾਨ, ਜੋ ਇਹਨਾਂ ਦੇ ਪਾਉਣ ਵਾਲੇ ਕੱਪੜਿਆਂ ਤੱਕ ਵੀ ਨਹੀਂ ਬਚੇ, ਉਹ ਵੀ ਥੱਲੇ ਨੱਪੇ ਗਏ ਆ। ਤੇ ਇਹੋ ਬੇਨਤੀ ਹੈ ਸਾਰੀ ਸੰਗਤ ਨੂੰ, ਸਰਕਾਰ ਨੂੰ, ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਪਰਿਵਾਰ ਦੇ ਸੱਟਾਂ ਕਿੰਨੀਆਂ ਕੁ ਲੱਗੀਆਂ? ਸੱਟਾਂ ਭਾਈ ਗੁਰਨਾਮ ਸਿੰਘ ਦੇ ਸਿਰ 'ਚ ਸੱਟ ਹੈ ਤੇ ਲੱਕ 'ਚ ਸੱਟ ਆ ਤੇ ਦੋਨਾਂ ਬਾਹਾਂ 'ਤੇ ਆ। ਤੇ ਉਹਨਾਂ ਦੇ ਪਤਨੀ ਜੋ ਬੀਬੀ ਲਖਵਿੰਦਰ ਕੌਰ, ਉਹਨਾਂ ਦੇ ਸਿਰ 'ਚ ਸੱਟ ਆ ਤੇ ਲੱਕ 'ਚ ਸੱਟ ਆ ਤੇ ਬਾਹਾਂ ਬੂਹਾਂ 'ਤੇ ਸੱਟਾਂ ਲੱਗੀਆਂ ਨੇ, ਕਾਫੀ ਗੁੱਝੀਆਂ ਸੱਟਾਂ ਵਾ ਵੀ ਜਿਹੜੀਆਂ ਉੱਤੋਂ ਜਿੱਦਾਂ ਇੱਟਾਂ ਟੇਲਾਂ ਵੱਜਦੀਆਂ ਰਹੀਆਂ, ਬਾਲੇ ਵੱਜੇ, ਉਹਨਾਂ ਦੇ ਕਾਰਨ ਸੱਟਾਂ ਕਾਫੀ ਲੱਗੀਆਂ। ਖੰਨਾ ਪੁਲਿਸ ਨੇ ਅਸਲਾ ਸਪਲਾਈ ਕਰਨ ਵਾਲੇ ਗਿਰੋਹ ਦੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਦੋਵਾਂ ਮੁਲਜ਼ਮਾਂ ਕੋਲੋਂ 312 ਬੋਰ ਦਾ ਦੇਸੀ ਪਿਸਤੌਲ ਬਰਾਮਦ ਹੋਇਆ। ਦੋਵਾਂ ਮੁਲਜ਼ਮਾਂ ਦੀ ਪਹਿਚਾਣ ਅਭਿਸ਼ੇਕ ਸਕਸੇਨਾ ਅਤੇ ਅਮਨ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਹੈ ਕਿ ਸੀਆਈਏ ਸਟਾਫ ਅਤੇ ਸਮਰਾਲਾ ਪੁਲਿਸ ਨੇ ਹੈਡੋ ਨੇੜੇ ਨਾਕਾ ਰੋਕਿਆ ਹੋਇਆ ਸੀ ਤੇ ਇਸ ਦੌਰਾਨ ਚੰਡੀਗੜ੍ਹ ਵਾਲੇ ਪਾਸੇ ਦੋ ਨੌਜਵਾਨ ਬਿਨਾਂ ਨੰਬਰ ਦੇ ਬਾਈਕ ਤੇ ਆਉਂਦੇ ਦੇਖੇ ਤੇ ਸ਼ੱਕ ਦੇ ਆਧਾਰ ਤੇ ਦੋਵਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਹਨਾਂ ਦੇ ਬੈਗ 'ਚੋਂ 3 ਦੇਸੀ ਪਿਸਤੌਲ ਬਰਾਮਦ ਹੋਏ। ਖੰਨਾ ਦੇ ਮਾਚੀਵਾੜਾ ਸਾਹਿਬ ਵਿੱਚ ਵੀਰਵਾਰ ਦੇਰ ਰਾਤ ਮਾਈਨਿੰਗ ਮਾਫੀਆ ਨੇ ਪੁਲਿਸ ਪਾਰਟੀ ਤੇ ਹਮਲਾ ਕਰਕੇ ਰੇਤੇ ਨਾਲ ਭਰੀ ਟਰਾਲੀ ਖੋਣ ਦੇ ਨਾਲ ਦੋਸ਼ੀ ਨੂੰ ਪੁਲਿਸ ਰਾਤ ਤੋਂ ਭਜਾ ਲਿਆ, ਜਿਸ ਤੋਂ ਬਾਅਦ ਖੰਨਾ ਪੁਲਿਸ ਹਰਕਤ ਵਿੱਚ ਆਈ। ਐਸਐਸਪੀ ਅਮਨੀਤ ਕੌਂਡਲ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਤੇ ਕਰੀਬ 200 ਪੁਲਿਸ ਮੁਲਾਜ਼ਮਾਂ ਨੇ ਸ਼ੱਕੀ ਥਾਵਾਂ ਤੇ ਛਾਪੇਮਾਰੀ ਕਰਕੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਦੋਂ ਕਿ ਕੁੱਲ 12 ਵਿਅਕਤੀਆਂ ਖਿਲਾਫ ਇਰਾਦਾ ਕਤਲ, ਲੁੱਟ ਖੋਹ, ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਮਾਈਨਿੰਗ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ 12 ਮੁਲਜ਼ਮਾਂ ਵਿੱਚੋਂ 8 ਦੀ ਪਹਿਚਾਣ ਕਰ ਲਈ ਤੇ ਦੋਸ਼ੀ 4 ਅਣਪਛਾਤੇ ਹਨ ਤੇ ਉਹਨਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਜਿਹੜਾ ਜੀ ਮਾਈਨਿੰਗ ਦਾ FIR ਬਾਰੇ ਮੈਂ ਦੱਸਣਾ ਚਾਹਾਂਗੀ ਕਿ ਕੱਲ ਰਾਤ ਨੂੰ 20 ਤਰੀਕ ਨੂੰ ਸਾਨੂੰ ਜਿਹੜੀ ਮਾਚੀਵਾੜਾ ਪੁਲਿਸ ਹੈ ਉਹਨਾਂ ਨੂੰ ਇਨਫੋਰਮੇਸ਼ਨ ਸੀਗੀ ਕਿ ਇੱਕ ਨਜਾਇਜ਼ ਮਾਈਨਿੰਗ ਨਵਾਂ ਸ਼ਹਿਰ ਸਾਈਡ ਤੋਂ ਟਰੈਕਟਰ ਟਰਾਲੀ ਮਾਚੀਵਾੜਾ ਏਰੀਆ ਚੋਂ ਨਿਕਲਦੇ ਆ ਤੇ ਉਹਨਾਂ ਨੂੰ ਇੰਟਰਸੈਪਟ ਕੀਤਾ ਜਾਵੇ। ਤੇ ਉਸ ਇਨਫੋਰਮੇਸ਼ਨ ਦੇ ਬੇਸ ਤੇ ਜਿਹੜਾ SHO ਮਾਚੀਵਾੜਾ ਆਪਣੀ ਪੁਲਿਸ ਪਾਰਟੀ ਨੂੰ ਲੈ ਕੇ ਉੱਥੇ ਪਹੁੰਚਿਆ ਤੇ ਰਸਤੇ 'ਚ ਹੀ ਉਹਨਾਂ ਨੂੰ ਇੱਕ ਟਰੈਕਟਰ ਟਰਾਲੀ ਇਲੀਗਲ ਮਾਈਨਿੰਗ ਵਾਲੀ ਉਹਨਾਂ ਨੂੰ ਰਿਕਵਰ ਹੋ ਗਈ ਸੀ ਵਿਦ ਦ ਡਰਾਈਵਰ। ਤੇ ਉਹਨਾਂ ਨੂੰ ਲੈ ਕੇ ਆਪਣੀ ਪਾਰਟੀ ਦੇ ਨਾਲ ਆ ਹੀ ਰਹੇ ਸੀ ਆਪਣੇ ਥਾਣੇ ਵੱਲ ਤੇ ਅਰਾਊਂਡ 4-5 ਕਿਲੋਮੀਟਰ ਦੂਰ ਉਹਨਾਂ ਨੂੰ ਇੱਕ ਗੱਡੀ 'ਚ ਸੀਗਾ, ਆਲਟੋ ਗੱਡੀ ਸੀਗੀ, ਉਹਦੇ 'ਚ ਪ੍ਰਧਾਨ ਹੈਗਾ ਕੁਲਦੀਪ ਸਿੰਘ ਪ੍ਰਧਾਨ BKU ਉਗਰਾਹਾਂ ਦਾ, ਉਹਦੇ ਨਾਲ 3-4 ਹੋਰ ਬੰਦੇ, ਇਹਨਾਂ ਨੇ ਉਹਨਾਂ ਨੂੰ ਰਸਤੇ 'ਚ ਰੋਕ ਲਿਆ ਤੇ ਅੱਗੇ ਜਾਣ ਨਹੀਂ ਦੇ ਰਹੇ ਸੀ ਤੇ ਪੁਲਿਸ ਪਾਰਟੀ ਨਾਲ ਕਾਫੀ ਉਹਨਾਂ ਦੀ ਬਹਿਸ ਸ਼ੁਰੂ ਹੋਈ ਤੇ ਅਚਾਨਕ ਹੀ ਉਹਦੇ ਪਿੱਛੇ 4-5 ਮੋਟਰਸਾਈਕਲ ਤੇ ਹੋਰ ਮੁੰਡੇ ਆ ਗਏ ਡੰਡੇ ਲਾਠੀਆਂ ਲੈ ਕੇ ਤੇ ਇਮੀਡੀਏਟਲੀ ਉਹਨਾਂ ਨੇ ਸਾਡੀ ਜਿਹੜੀ SHO ਦੀ ਸਾਰੀ ਟੀਮ ਸੀ ਉਹਨਾਂ ਤੇ ਅਟੈਕ ਕੀਤਾ ਤੇ ਧੱਕੇ ਨਾਲ ਜਿਹੜਾ ਟਰੈਕਟਰ ਟਰਾਲੀ ਵੀ ਖੋਲੀ ਤੇ ਜਿਹੜਾ ਉਹਦੇ 'ਚ ਅਕਿਊਜ਼ ਸੀਗਾ ਉਹਨੂੰ ਵੀ ਜਬਰੀ ਲੈ ਗਏ ਤੇ ਕਾਫੀ ਜ਼ਿਆਦਾ ਕੁੱਟਮਾਰ ਕਰਕੇ ਗਏ ਤੇ ਉਹਦੇ 'ਚ ਜਿਹੜਾ ਚੌਂਕੀ ਇੰਚਾਰਜ ਸ਼ੇਰਪੁਰ ਚੌਂਕੀ ਇੰਚਾਰਜ ਔਰ ਇੱਕ ਸਾਡਾ ਹੋਮ ਗਾਰਡ ਉਹ ਕਾਫੀ ਬੁਰੀ ਤਰ੍ਹਾਂ ਜ਼ਖਮੀ ਹੈ। ਸੱਟਾਂ ਤਾਂ ਸਾਰਿਆਂ ਨੂੰ ਲੱਗੀਆਂ ਸੀ ਪਰ ਇਹਨਾਂ ਦੋਨਾਂ ਨੂੰ ਜ਼ਿਆਦਾ ਜ਼ਖਮੀ ਹੋਏ ਹੈ। ਆਈ ਥਿੰਕ ਮੇਬੀ ਇਹਨਾਂ ਦਾ ਫ੍ਰੈਕਚਰ ਵੀ ਹੋ ਸਕਦਾ ਹੈ। ਦੇ ਆਰ ਅੰਡਰ ਉਹਨਾਂ ਦੇ ਐਕਸ-ਰੇ ਸਕੈਨ ਰਿਪੋਰਟ ਅਵੇਟਡ ਹੈ। ਤਾਂ ਇਸ ਤਰ੍ਹਾਂ ਇਹਨਾਂ ਨੇ ਸਾਡੀ ਜਿਹੜੀ ਲੀਗਲ ਡਿਊਟੀ ਨੂੰ ਰੁਕਾਵਟ ਕੀਤੀ ਤੇ ਸਾਡਾ ਜਿਹੜਾ ਮਾਈਨਿੰਗ ਦਾ ਲੀਗਲੀ ਉਹਨਾਂ ਨੇ ਇੰਟਰਸੈਪਟ ਕੀਤਾ ਸੀ ਟਰਾਲੀ ਉਹਨੂੰ ਵੀ ਖੋ ਕੇ ਲੈ ਗਏ ਤੇ ਅਕਿਊਜ਼ ਨੂੰ ਵੀ ਲੈ ਗਏ। ਇਸ ਬਿਹਾਫ ਤੇ ਅਸੀਂ ਉਹਨਾਂ ਤੇ FIR ਨੰਬਰ 139 ਅੱਜ ਲੇਟ ਨਾਈਟ ਕੀਤੀ ਹੈ ਅੰਡਰ ਸੈਕਸ਼ਨ 307 379B 353 186 323 341 379 506 148 149 IPC। ਇਸ ਦੇ ਨਾਲ 21 ਮਾਈਨਿੰਗ ਐਕਟ ਕਿਉਂਕਿ ਮਾਈਨਿੰਗ ਦਾ ਜਿਹੜੇ ਰਿਕਵਰੀ ਸੀ ਉਹਨੂੰ ਵੀ ਉਹ ਲੈ ਗਏ। ਸੋ ਇਹ ਅਸੀਂ 8 ਬਾਈ ਨੇਮ ਅਕਿਊਜ਼ ਤੇ ਪਰਚਾ ਦਿੱਤਾ ਜੀ ਜਿਨ੍ਹਾਂ ਦੇ ਨਾਂ ਹੈਗੇ ਮਹਿੰਦਰ ਸਿੰਘ ਉਰਫ ਲਾਲਾ,
ਕੁਲਵਿੰਦਰ ਸਿੰਘ ਉਰਫ ਕਾਲਾ, ਜਰਨੈਲ ਸਿੰਘ ਉਰਫ ਰਿੰਕੂ, ਗੁਰਪ੍ਰੀਤ ਸਿੰਘ ਉਰਫ ਲੱਡੂ, ਕੁਲਦੀਪ ਸਿੰਘ प्रधान VKU, गगनदीप सिंह पुत्र कुलदीप सिंह, वेदपाल, हनी और 4-5 नामालूम व्यक्ति। और ਹੁਣ तक जी साड़ी अपडेट ये है कि कल रात तो लैके अर्ली मॉर्निंग ਹੁਣ तक साढ़े कंटिन्यूस रेड्स चल रहे हैं और ਹੁਣ तक असी इन्हां चों 6 दोषियों को गिरफ्तार कर चुके, जिन्हां दे नाम है वेदपाल, ऋषिपाल, गगनदीप सिंह उर्फ गगन, मनप्रीत सिंह, गुरप्रीत सिंह उर्फ लड्डू और गुरविंदर सिंह उर्फ गुड्डू। एंड साड़ी रेड्स कंटिन्यूड है तो असी कोशिश करांगे कि जल्दी तो जल्दी बाकी दे भी सारे दोषियों ਨੂੰ ਫੜੀਏ, क्योंकि बीइंग पुलिस फोर्स साड़ी ड्यूटी ते इन्होंने इन्ना वड्डा अटैक किया विच इज़ वेरी डीमोरलाइजिंग फॉर द रेस्ट ऑफ द फोर्स आल्सो। और यही अपडेट है दी। मनरेगा वर्करां ਵੱਲੋਂ ਦੁਬਲੀ ਵਿਖੇ ਧਰਨਾ ਦੇ ਕੇ ਪੱਟੀ ਕੋਟਪੁੱਡਾ ਰੋਡ ਜਾਮ ਕੀਤਾ ਗਿਆ ਅਤੇ ਆਪ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਦੌਰਾਨ ਮਨਰੇਗਾ ਮਜ਼ਦੂਰ ਬੀਬੀਆਂ ਨੇ ਕਿਹਾ ਹੈ ਕਿ ਉਹਨਾਂ ਨੂੰ ਆਪ ਆਗੂ ਕੱਲ ਨਰੇਗਾ ਦੇ ਕੰਮ ਲਈ ਕੋਟਪੁੱਡਾ ਬੰਦ ਦਾ ਕਹਿ ਸੁਲਤਾਨਵਿੰਡ ਲੈ ਗਏ ਸਨ ਅਤੇ ਸਾਡੇ ਕੋਲ ਮੱਕੀ ਦੀ ਫਸਲ ਵਢਾਈ ਗਈ ਅਤੇ ਸਾਡੇ ਨਾਲ ਗਾਲੀ ਗਲੋਚ ਕਰ ਧਮਕੀਆਂ ਦਿੱਤੀਆਂ ਗਈਆਂ। ਅਸੀਂ ਫਿਰ ਆਪ ਗੱਡੀ ਮੰਗਾ ਕੇ ਦੇਰ ਰਾਤ ਆਪਣੇ ਘਰ ਵਾਪਸ ਆਈਆਂ ਤੇ ਉਹਨਾਂ ਕਿਹਾ ਕਿ ਸਾਨੂੰ ਬਿਨਾਂ ਕੋਈ ਇਨਸਾਫ ਦਿੱਤੇ ਧਰਨਾ ਜਬਰੀ ਚੁਕਾ ਦਿੱਤਾ ਗਿਆ। ਜੀ ਇਹ ਗਏ ਨਰੇਗਾ ਦੇ ਕੰਮ ਤੇ ਉਹਨਾਂ ਸਾਨੂੰ ਆਖਿਆ ਕਿ ਪਹਿਲਾਂ ਜਾਣਾ ਵਾ ਬੰਨ ਤੇ ਮੁੜ ਕੇ ਸਾਨੂੰ ਲੈ ਗਏ ਆ ਅੰਮ੍ਰਿਤਸਰ ਤੇ ਉੱਥੋਂ ਉਹਨਾਂ ਮੁੜ ਕੇ ਪਹਿਲਾਂ ਵਢਾਈ ਆ ਮਕਈ ਤੇ ਮੁੜ ਕੇ ਆਂਦੇ ਕਿ ਤੁਸੀਂ ਕੁਛ ਨਹੀਂ ਕੀਤਾ ਤੇ ਅਸੀਂ 3 ਵਜੇ ਤੁਰ ਪਏ ਆ ਤੇ ਸਾਨੂੰ ਬਾਅਦ ਚੋਂ ਕਹਿੰਦੇ ਆ ਕਿ ਅਸੀਂ 3 ਵਜੇ ਨਹੀਂ ਤੁਹਾਨੂੰ ਛੱਡਣਾ, ਮਕਈ ਵੱਢੋਗੇ ਸਾਰੀ ਤੇ ਫਿਰ ਛੱਡਾਂਗੇ ਤੇ ਉਹਨਾਂ ਤੱਕ ਨਹੀਂ ਤੁਹਾਨੂੰ ਅਸੀਂ ਜਾਣ ਦੇਣਾ ਤੇ ਨਾ ਹੀ ਸੰਦ ਹੀ ਖੜਨਾ ਵਾ। ਤੇ ਅਸੀਂ ਬਾਅਦ ਚੋਂ ਤੁਰ ਕੇ ਆਏ ਆ, ਵੱਡੇ ਰੋਡ ਤੇ ਚੜੇ ਆ, ਤੁਰ ਕੇ ਆਣ ਕੇ ਤੇ ਬਾਅਦ ਚੋਂ ਅਸੀਂ ਸੰਦ ਕੀਤਾ ਵਾ ਤੇ ਅਸੀਂ ਪਿੰਡ ਆਏ ਆ 7:30। ਕੋਈ ਧਮਕੀ ਵੀ ਦਿੱਤੀ? ਹਾਂਜੀ, ਉਹ ਮਗਰ ਨਾ ਕਿ ਉੱਥੋਂ ਦੇ ਬੰਦੇ ਘੱਲੇ ਆ, ਉਹਨਾਂ ਆਖਿਆ ਕਿ ਤੁਹਾਨੂੰ ਕੱਲੀ ਜਨਾਨੀ ਨੂੰ ਗੋਲੀ ਮਾਰਾਂਗੇ। ਮਕਈ ਵੱਢਣ ਲਈ ਪਹਿਲੇ ਵੀ ਸਾਨੂੰ ਖੜਿਆ ਤੋੜੇ ਭਰਨ ਲਈ, ਇਹਨਾਂ ਝੂਠ ਮਾਰ ਕੇ ਸਾਨੂੰ ਖੜਿਆ ਇੱਥੋਂ ਇਹਨਾਂ ਨੇ, ਕਹਿੰਦੇ ਕਿ ਨਰੇਗਾ ਦੇ ਕੰਮ ਤੇ ਵੀ ਤੋੜੇ ਭਰਨ ਲਈ ਇਹਨਾਂ ਨੇ ਖੜਿਆ ਵਾ, ਉੱਥੇ ਵੀ ਜਾ ਕੇ ਸਾਨੂੰ ਮਕਈ ਵੱਢਣ ਲਈ ਲਾ ਲਿਆ ਇਹਨਾਂ ਨੇ। ਕੌਣ ਸੀ ਜਿਹਨਾਂ ਨੇ ਲੈ ਗਿਆ? ਸਰ ਮਾੜੀ ਵਾਲੇ ਫੌਜੀ ਉਹਨਾਂ ਨੇ ਖੜਿਆ ਸੀ। ਕੀ ਨਾਮ ਉਹਨਾਂ ਦਾ? ਪੰਜਾਬ ਸਿੰਘ। ਤੇ ਉਹ ਕੀ ਗੱਲਬਾਤ ਹੋਈ ਜਿਹੜਾ ਫਿਰ ਤੁਹਾਨੂੰ? ਸਰ ਉੱਥੋਂ ਸਾਨੂੰ ਇਹਨਾਂ ਨੇ ਭੇਜਤਾ ਵਾ, ਮੰਨ ਲਓ ਕਿ ਸਾਰਿਆਂ ਨਾਲ ਹੀ ਵੱਧ ਘੱਟ ਬੋਲੀ ਗਏ ਆ, ਬਾਅਦ ਮੁੜ ਕੇ ਪਿੰਡ ਵਾਲਿਆਂ ਨੂੰ ਭੇਜਤਾ, ਸਾਨੂੰ 5 ਜਣਿਆਂ ਨੂੰ ਮਗਰ ਸਾਡੇ ਮੈਨੂੰ ਆਣ ਕੇ ਬਹੁਤ ਵੱਧ ਘੱਟ ਬੋਲਿਆ ਵਾ, ਮੈਂ ਹੀ ਰਹਿ ਗਈ ਹਾਂ, ਬਾਕੀ ਭੈਣਾਂ ਸਾਰੀਆਂ ਗਾੜੀ ਆ ਗਈਆਂ ਸੀ। ਹਾਂਜੀ ਪੰਜਾਬ ਤੋਂ ਜੀ ਕਰਦੇ ਕੋਈ ਦੋਸ਼ ਲਗਾਏ ਗਏ ਨੇ ਪਿੰਡ ਦੁਬਲੀ ਦੀ ਨਰੇਗਾ ਦੇ ਜਿਹੜੀਆਂ ਬੀਬੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਗਾਲੀ ਗਲੋਚ ਕੀਤੀ ਹੈ, ਤੁਹਾਡੇ ਵੱਲੋਂ ਕੀ ਕਹਿਣਾ ਤੁਹਾਡਾ? ਸਰ ਮੇਰਾ ਤੇ ਇਹੋ ਹੀ ਕਹਿਣਾ ਵਾ ਵੀ ਕੱਲ ਜਿਹੜੀ ਸੰਗਤ ਇੱਥੋਂ ਸੇਵਾ ਵਾਸਤੇ ਗਈ ਸੀ ਹੜ੍ਹ ਪੀੜਤਾਂ ਦੀ ਮਕਈ ਵੱਢਣਾ ਤੇ ਵੀ ਪੱਠਾ ਹਰਿਆ ਚਾਰਾ ਜਿਹੜਾ ਉੱਥੇ ਘੱਲਣਾ ਵਾ, ਅਸੀਂ ਵੀ ਨਾਲ ਸੇਵਾਦਾਰ ਬਣ ਕੇ ਇਹਨਾਂ ਦੇ ਨਾਲ ਗਏ ਆ, ਉੱਥੇ ਜਾ ਕੇ ਸੇਵਾ ਵੀ ਕੀਤੀ ਆ। ਇਹਨਾਂ ਤੇ ਲੰਗਰ ਪਾਣੀ ਜੋ ਗੁਰਦੁਆਰਾ ਸਾਹਿਬ ਤੋਂ ਆਇਆ ਸਾਰਿਆਂ ਨੇ ਛਕਾਇਆ। ਚਲੋ ਜਿੰਨਾ ਵੀ ਇਹਨਾਂ ਕੰਮ ਕੀਤਾ ਅਸੀਂ ਇਹਨਾਂ ਨੂੰ ਕੋਈ ਮਾੜਾ ਲਫ਼ਜ਼ ਨਹੀਂ ਬੋਲਿਆ। 2:15 ਵਜੇ ਚਾਹ ਬਣੀ ਆ, 3 ਵਜੇ ਤੱਕ ਇਹਨਾਂ ਚਾਹ ਪੀਤੀ ਆ। ਅਸੀਂ 3 ਵਜੇ ਇਹਨਾਂ ਜਦੋਂ ਚਾਹ ਪੀ ਲਈ ਆ ਅਸੀਂ ਇਹਨਾਂ ਨੂੰ ਇਹ ਆਖਿਆ ਵੀ ਚਲੋ ਅੱਧਾ ਘੰਟਾ ਸੇਵਾ ਹੋਰ ਕਰ ਲਈਏ ਤੇ ਫਿਰ ਆਪਾਂ ਚੱਲਦੇ ਆ। ਇਹਨਾਂ ਆਖਿਆ ਅਸੀਂ ਨਹੀਂ ਜੇ ਸੇਵਾ ਕਰਨੀ ਬਿਲਕੁਲ ਹੀ, ਹੁਣ ਅਸੀਂ ਧੁੱਪ ਵੜੀ ਅਸੀਂ ਜਾਂ ਨਹੀਂ ਕਰ ਸਕਦੀਆਂ, ਅਸੀਂ ਚੱਲੀਆਂ ਗੱਡੀ 'ਚ। ਅਸੀਂ ਆਖਿਆ ਠੀਕ ਆ ਗੱਡੀ ਚਲੇ ਜਾਓ। ਚੂਸਲਿਆੜ ਦੀ ਵੀ ਨਰੇਗਾ ਨਾਲ ਸਾਡੇ ਗਈ ਆ, ਉਹਨਾਂ ਆਖਿਆ ਅਸੀਂ 4 ਵਜੇ ਤੱਕ ਸੇਵਾ ਕਰਨੀ ਆ। ਉਹ ਚਾਹੀਂ ਆਖਿਆ 4 ਵਜੇ ਤੱਕ ਜਿੰਨੇ ਵਜੇ ਤੱਕ ਉਹ ਕਰਦੀਆਂ ਨੇ ਉਹਨਾਂ ਦੀ ਵਾਰੀ ਤੱਕ ਤੁਸੀਂ ਬਹੁਤ, ਫਿਰ ਆਪਾਂ ਸਾਰੇ ਜਣੇ ਚਲੇ ਚੱਲਦੇ ਹਾਂ। ਗੱਡੀਆਂ ਥੋੜਾ ਸਾਡੇ ਤੋਂ ਅੱਧਾ ਪੌਣਾ ਕਿਲਾ ਪਿੱਛੇ ਖੜੀਆਂ ਸੀ ਛਾਵੇਂ, ਗੱਡੀਆਂ ਸਾਡੇ ਤੋਂ ਉਹਲੇ ਸੀ। ਜਿਹੜੀ ਸੜਕ ਜਿਹੜੀ ਪਿੱਛੇ ਨੂੰ ਜਾਂਦੀ ਸੀ ਉਹ ਵੀ ਘਰ ਦੇ ਪਿੱਛੋਂ ਦੀ ਜਾਂਦੀ ਸੀਗੀ। ਅਸੀਂ ਨਹੀਂ ਇਹਨਾਂ ਨੂੰ ਵੇਖਿਆ। ਮੈਂ 10 ਮਿੰਟ ਬਾਅਦ ਵੈਸੇ ਗਿਆ ਵਾਂ ਉੱਧਰ। ਬੀਬੀਆਂ ਤੇ ਇਹ ਗੱਲ ਦਾ ਬਿਲਕੁਲ ਝੂਠ ਮਾਰਦੀਆਂ ਨੇ। ਅਸੀਂ ਇਹਨਾਂ ਨੂੰ ਮਗਰ ਵੀ ਫੋਨ ਲਾਏ ਨੇ, ਜਿਹੜਾ ਇਹਨਾਂ ਦੇ ਨਾਲ BDP ਵੱਲੋਂ ਸੈਕਟਰੀ ਲੱਗਾ ਵਾ, ਉਹਨੂੰ ਮੈਂ ਆਖਿਆ ਮੁੰਡੇ ਨੂੰ ਵੀ ਅਸੀਂ ਜਾਣਾ 4 ਵਜੇ, ਜੇ ਇੱਥੇ ਨਹੀਂ ਤਾਂ ਇੱਥੇ ਬਹਿ ਜਾਓ, ਅਸੀਂ ਇੱਥੋਂ ਤੁਹਾਨੂੰ ਲੈ ਲਾਂਗੇ। ਫਿਰ ਵੀ ਅਸੀਂ ਰਸਤੇ 'ਚ ਇਹਨਾਂ ਨੂੰ ਵੇਖਦੇ ਆਏ। ਉਹ ਮੁੰਡੇ ਨੇ ਅੱਗੋਂ ਮੈਨੂੰ ਇਹ ਜਵਾਬ ਦਿੱਤਾ ਵੀ ਬੀਬੀਆਂ ਦੀਆਂ ਅਸੀਂ ਪਿੰਡੋਂ ਗੱਡੀ ਮੰਗਾ ਲਈ ਆ, ਅਸੀਂ ਨਹੀਂ ਇਹਨਾਂ ਦੀ ਗੱਡੀ 'ਚ ਜਾਣਾ। ਅਸੀਂ ਫਿਰ ਵੀ ਇਹਨਾਂ ਰਸਤੇ 'ਚ ਵੇਖਦੇ ਆਏ ਵੀ ਜੇ ਰਸਤੇ 'ਚ ਸਾਡੇ ਧੀਆਂ ਭੈਣਾਂ ਸਾਡੇ ਪਿੰਡ ਦੀਆਂ ਬੀਬੀਆਂ ਨੇ, ਸਾਡੀਆਂ ਆਪਦੀਆਂ ਇੱਜ਼ਤਾਂ ਨੇ, ਅਸੀਂ ਨਾਲ ਲੈ ਕੇ ਚੱਲਾਂਗੇ। ਪਰ ਇਹ ਸਾਨੂੰ ਨਹੀਂ ਆ ਮਿਲੀਆਂ ਰਾਹ 'ਚ। ਫਿਰ ਅਸੀਂ ਜਿਹੜੀ ਸੰਗਤ ਸਾਡੇ ਨਾਲ ਸੀ ਉਹ ਲੈ ਕੇ ਅਸੀਂ ਪਿੰਡ ਆ ਗਏ ਹਾਂ। ਅਸੀਂ ਜੋ ਇਹ ਸਾਡੇ ਤੇ ਮਤਲਬ ਇਲਜ਼ਾਮ ਲਾਉਂਦੀਆਂ ਉਹ ਬਿਲਕੁਲ ਇਹ ਚੀਜ਼ਾਂ ਨੂੰ ਨਕਾਰਦੇ ਹਾਂ। ਅਸੀਂ ਇਹਨਾਂ ਨੂੰ ਕੋਈ ਮਾੜਾ ਲਫ਼ਜ਼ ਨਹੀਂ ਜੀ ਬੋਲਿਆ। ਬਟਾਲਾ ਦੇ ਕਸਬਾ ਫਤਿਹਗੜ੍ਹ ਚੂੜੀਆਂ 'ਚ ਬਟਾਲਾ ਰੋਡ ਤੇ 2 ਮੋਟਰਸਾਈਕਲਾਂ ਦੀ ਆਪਸੀ ਟੱਕਰ ਵਿੱਚ 3 ਨੌਜਵਾਨਾਂ ਨੂੰ ਜ਼ਖਮੀ ਹੋ ਗਏ ਤੇ 1 ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ 4 ਨੌਜਵਾਨ ਇੱਕੋ ਮੋਟਰਸਾਈਕਲ ਤੇ ਸਵਾਰ ਹੋ ਕੇ ਬਟਾਲਾ ਸਾਈਡ ਨੂੰ ਜਾ ਰਹੇ ਸਨ। ਜਦੋਂ ਉਹ ਦਾਣਾ ਮੰਡੀ ਪੁੱਜੇ ਤਾਂ ਬਟਾਲਾ ਸਾਈਡ ਤੋਂ ਗਲਤ ਦਿਸ਼ਾ ਵਿੱਚ ਆ ਰਿਹਾ ਇੱਕ ਮੋਟਰਸਾਈਕਲ ਜਿਸ ਤੇ 2 ਨੌਜਵਾਨ ਸਵਾਰ ਸਨ ਨਾਲ ਉਹਨਾਂ ਦੀ ਟੱਕਰ ਹੋ ਗਈ, ਜਿਸ ਕਾਰਨ 3 ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਦਕਿ ਸਾਜਨ ਸ਼ਰਮਾ ਪੁੱਤਰ ਪ੍ਰਦੀਪ ਸ਼ਰਮਾ ਵਾਸੀ ਵਾਰਡ ਨੰਬਰ 10 ਦੀ ਮੌਕੇ ਤੇ ਹੀ ਮੌਤ ਹੋ ਗਈ। ਇਹ ਮੇਰਾ ਸਾਜਨ ਸ਼ਰਮਾ ਤੇ ਉਹਨਾਂ ਬਸ ਧਿਆਨਪੁਰ ਮੱਥਾ ਟੇਕਣ ਜਾ ਰਹੇ ਸੀ ਤੇ ਉਹ ਅੱਗੋਂ ਸਾਹਮਣੇ ਮੋਟਰਸਾਈਕਲ ਆ ਰਹੇ ਬੜੀ ਤੇਜ਼ ਹੋ ਗਈ ਤੇ
ਦੋਵੇਂ ਆਪਸ ਵਿੱਚ ਟਕਰਾਏ ਨੇ ਤੇ ਜਿੰਨਾ ਕਰਕੇ ਉਹ ਸਾਜਨ ਦੀ ਮੌਕੇ ਤੇ ਡੈਥ ਹੋ ਗਈ, ਇਸ ਸੜਕ ਤੇ ਵੱਜੇ ਨੇ। ਕਿੱਥੇ ਕਿ ਜੇ ਹਾਦਸਾ ਹੈ ਜੀ ਇਹ ਦਾਣਾ ਮੰਡੀ ਦੇ ਅਗਲੇ ਬੰਨੇ ਜੀ ਗਰੀਬ ਸ਼ਾਹ ਦੀ ਜਗ੍ਹਾ ਲੱਗੇ। ਤੇ ਦੂਸਰੇ ਜਿਹੜੇ ਨਾਲ ਸੀਗੇ ਜੀ ਨਾਲ ਹੀ ਜਿਹੜੀ ਉਹਨਾਂ ਨੂੰ ਨਾਰਮਲ ਸੱਟਾਂ ਲੱਗੀਆਂ ਨੇ ਤੇ ਬਾਕੀ ਇਹ ਤੇ ਜੀ ਮੌਕੇ ਤੇ ਇਹਦੀ ਡੈਥ ਹੋ ਗਈ ਜੀ। ਅਮਰਨਾਥ ਯਾਤਰਾ ਨੂੰ ਸ਼ੁਰੂ ਹੋਏ ਅੱਜ ਤਕਰੀਬਨ 15 ਦਿਨ ਹੋ ਚੁੱਕੇ ਹਨ ਅਤੇ ਦੇਸ਼ ਦੇ ਵੱਖੋ-ਵੱਖ ਸੂਬਿਆਂ ਤੋਂ ਸ਼ਰਧਾਲੂ ਅਮਰਨਾਥ ਯਾਤਰਾ ਦੇ ਲਈ ਜੰਮੂ ਕਸ਼ਮੀਰ ਵਿਖੇ ਭੋਲੇ ਬਾਬਾ ਦੇ ਦਰਸ਼ਨਾਂ ਲਈ ਜਾ ਰਹੇ ਹਨ, ਜਿਸ ਦੇ ਚਲਦਿਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਇਹਨਾਂ ਸ਼ਰਧਾਲੂਆਂ ਦੇ ਲਈ ਖਾਣ ਪੀਣ ਦਾ ਅਤੇ ਰਹਿਣ ਦਾ ਪ੍ਰਬੰਧ ਵੱਖੋ-ਵੱਖ ਥਾਵਾਂ ਤੇ ਕੀਤਾ ਗਿਆ। ਸ਼ਰਧਾਲੂ ਇੱਥੇ ਭੋਜਨ ਕਰ ਆਰਾਮ ਕਰਦੇ ਹਨ ਤੇ ਜੰਮੂ ਕਸ਼ਮੀਰ ਲਈ ਰਵਾਨਾ ਹੋ ਜਾਂਦੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਕਟਰ ਸੁਭਾਸ਼ ਵਰਮਾ ਤੇ ਮਿੱਤਲ ਸਾਹਿਬ ਹੋਰਾਂ ਵੱਲੋਂ ਇਸ ਸਾਲ ਵੀ ਬਹੁਤ ਵਧੀਆ ਲੰਗਰ ਲਗਾਇਆ ਗਿਆ ਹੈ। ਮਹਾਦੇਵ ਦੀ ਕਿਰਪਾ ਨਾਲ ਬਹੁਤ ਅੱਛਾ ਚੱਲ ਰਿਹਾ, ਸਭ ਕੁਝ ਇੱਥੇ ਸੁਵਿਧਾ ਮਿਲ ਰਹੀ ਯਾਤਰੀਆਂ ਨੂੰ ਤੇ ਆਪਣਾ ਫ੍ਰੀ ਭੋਜਨ ਜੋ ਦਵਾਈਆਂ ਵਗੈਰਾ ਦੀ ਸੁਵਿਧਾ ਵੀ ਸਾਰੀ ਦਿੱਤੀ ਜਾ ਰਹੀ ਹੈ। ਬਹੁਤ ਅੱਛਾ ਚੱਲ ਰਿਹਾ, ਤੁਹਾਡੀ ਮਹਾਦੇਵ ਦੀ ਕਿਰਪਾ ਨਾਲ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਕਹਿ ਰਹੇ ਕਿ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਨੇ, ਕਿ ਲੱਗਦਾ ਪ੍ਰਬੰਧ? ਹਾਂਜੀ ਹਾਂਜੀ, ਬਹੁਤ ਅੱਛੇ ਪ੍ਰਬੰਧ ਆ। ਤੁਸੀਂ ਦੇਖ ਸਕਦੇ ਹੋ, ਆਪਣੇ ਖੁਦ ਦੇਖ ਸਕਦੇ ਹੋ ਤੇ ਪੁਲਿਸ 24 ਘੰਟੇ ਮੌਜੂਦ ਹੈ। ਪੂਰਾ ਪੁਖਤਾ ਪ੍ਰਬੰਧ ਹੋਇਆ ਗਿਆ ਪੂਰਾ। ਕੋਈ ऐसा सुरक्षा की कोई ऐसी कोई चूक वाली गल नहीं, पूरे CCTV वगैरह लगे हुए हैं, सब कुछ सारे पूरी नज़र रखी जा रही है। ਪਠਾਨਕੋਟ ਦੇ JMK ਇੰਟਰਨੈਸ਼ਨਲ ਸਕੂਲ ਵਿਖੇ ਪ੍ਰਿੰਸੀਪਲ ਵਨੀਤਾ ਮਹਾਜਨ ਦੀ ਰਹਿਨੁਮਾਈ ਹੇਠ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਨਰਸਰੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵਾਤਾਵਰਣ ਨੂੰ ਬਚਾਉਣ ਦੇ ਵਿਸ਼ੇ ਤੇ ਭਾਸ਼ਣ ਦਿੱਤਾ। ਉਪਰੰਤ ਹਰੇ ਰੰਗ ਦੇ ਕੱਪੜੇ ਪਹਿਨੇ ਤੇ 1500 ਵਿਦਿਆਰਥੀਆਂ ਨੇ ਮਨੁੱਖੀ ਰੁੱਖ ਬਣਾ ਕੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ। ਵਿਦਿਆਰਥੀਆਂ ਵੱਲੋਂ ਮਨੁੱਖੀ ਰੁੱਖ ਬਣਾਉਣ ਦਾ ਮੁੱਖ ਉद्देश्य ग्लोबल है। JMK इंटरनेशनल स्कूल इनिशिएटिव्स के लिए जाना जाता है और आज का हमारा जो इनिशिएटिव था वो था एक ह्यूमन ट्री क्रिएट करना, एक ऐसा ह्यूमन ट्री जिसमें बच्चे उसके पार्टिसिपेंट्स थे और ये स्टूडेंट्स अराउंड 1500, इन सारे बच्चों ने एक ह्यूमन ट्री की आकृति बनाई और ये संदेश दिया कि पर्यावरण हमारे लिए कितना इम्पोर्टेंट है। हम अपने एनवायरनमेंट को अगर सेव नहीं करेंगे तो आगे आने वाली हमारी ये जो यंग जनरेशन्स हैं इनको शायद पीने को पानी भी नसीब ना हो। इस मैसेज को आगे देते हुए JMK के बच्चों ने ह्यूमन ट्री को सार्थक बनाया। उन्होंने इस सपने को साकार किया कि अगर हर एक छोटा बच्चा एफर्ट लगाएगा, पेड़ लगाएगा, उसको संरक्षित करेगा, उसका ध्यान रखेगा तो शायद आगे आने वाली जनरेशन सेव रहेंगी। हम यही कोशिश करते हैं JMK में कि हर वक्त हम कोई ऐसा इनिशिएटिव करें जिससे देश की भलाई हो, इंसानियत की भलाई हो और दुनिया की भलाई हो, और हम प्रयासरत हैं कि हम ये काम हमेशा करते रहेंगे। थैंक यू सो मच। JMKites are always known for our unique initiatives. आज भी हमने approximately 1500 स्टूडेंट्स के साथ हमने एक ह्यूमन ट्री रिप्रेजेंट किया। फर्स्ट एवर एग्जाम्पल इन पठानकोट। आगे भी JMK हम ऐसी एक्टिविटीज करते रहते हैं जो कि हमारे टीचर्स ऑलवेज मोटिवेट अस। उन्होंने हमें बताया कि कैसे हम अर्थ को सेव कर सकते हैं, व्हाट वी कैन डू टू कंजर्व आवर नेचर, रिसोर्सेज एटसेट्रा। तो टीचर्स का बहुत बड़ा था, थैंक यू। तो इस एक्टिविटी से JMK स्कूल ने बच्चों में बहुत अवेयरनेस फैलाई। जैसे कि आप सब जानते हैं कि आजकल फ्लड और सारी ग्लोबल वार्मिंग वगैरह के पॉल्यूशंस को हम इनडायरेक्टली या डायरेक्टली बहुत कंट्रीब्यूट करते हैं। इस ह्यूमन ट्री एक्टिविटी से हमें पता चला कि हमें क्या नहीं करना चाहिए और कैसे नहीं करना चाहिए। इतनी अवेयरनेस पहले कभी पठानकोट में इतना फैलाया नहीं गया था और JMK ने पहली बार किया। ਸਰਹੱਦੀ ਪਿੰਡ ਮਸਤਗੜ੍ਹ ਨਜ਼ਦੀਕ ਪੰਜਾਬ ਪੁਲਿਸ ਤੇ BSF ਨੇ ਸਾਂਝੇ ਖੋਜ ਅਭਿਆਨ ਵਿੱਚ ਅੱਜ ਸਵੇਰੇ ਬਖਸ਼ੀਸ਼ ਸਿੰਘ ਪੁੱਤਰ ਕਰਤਾਰ ਸਿੰਘ ਦੀ ਜ਼ਮੀਨ ਵਿੱਚ ਡਿੱਗ ਪਿਆ ਇੱਕ DJI ਮੈਟ੍ਰਿਕ ਕੰਪਨੀ ਦਾ ਡਰੋਨ ਬਰਾਮਦ ਕੀਤਾ ਗਿਆ, ਜਿਹੜਾ ਕਿ ਪੂਰੀ ਤਰ੍ਹਾਂ ਟੁੱਟਾ ਪਿਆ ਸੀ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਾਕਿਸਤਾਨ ਲਗਾਤਾਰ ਹੀ ਕੋਸ਼ਿਸ਼ ਕਰਦਾ ਆ ਰਿਹਾ ਕਿ ਉਹ ਡਰੋਨ ਦੇ ਜ਼ਰੀਏ ਅਵੈਧ ਸਮੱਗਰੀ ਭੇਜ ਕੇ ਪੰਜਾਬ ਵਿੱਚ ਘੁਸਪੈਠ ਕਰਦਾ, परंतु BSF ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ। ਅੱਜ ਵੀ ਪੰਜਾਬ ਪੁਲਿਸ ਤੇ BSF ਦੇ ਸਾਂਝੇ ਸਰਚ ਆਪਰੇਸ਼ਨ ਦੌਰਾਨ ਇੱਕ ਕੁਆਡਰਾ ਕੈਪਟਰ ਜਿਹੜਾ ਡਰੋਨ ਹੈ ਉਹ ਬਰਾਮਦ ਹੋਇਆ, ਜਿਹੜਾ ਪਾਕਿਸਤਾਨ ਵੱਲੋਂ ਭੇਜਿਆ ਗਿਆ ਸੀ BOP ਕਲਸ ਵੱਲੋਂ। ਇਹਦੇ ਵਿੱਚ ਜਿਹੜੇ ਜ਼ਿਮੀਂਦਾਰ ਪਰਿਵਾਰ ਨੇ ਸਰਦਾਰ ਬਖਸ਼ੀਸ਼ ਸਿੰਘ, ਉਹਨਾਂ ਨੇ ਵੀ ਬੜਾ ਸਹਿਯੋਗ ਕੀਤਾ। ਉਹਨਾਂ ਨੇ ਪੁਲਿਸ ਨੂੰ ਤੇ BSF ਨੂੰ ਇਨਫੋਰਮੇਸ਼ਨ ਦਿੱਤੀ। ਅਸੀਂ ਸਾਂਝੇ ਸਰਚ ਆਪਰੇਸ਼ਨ ਦੌਰਾਨ ਜਿਹੜਾ ਇਹ ਡਰੋਨ ਰਿਕਵਰ ਕੀਤਾ। ਇਹਨੂੰ ਰਿਕਵਰ ਕਰਕੇ ਤੇ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਖੇਮਕਰਨ ਵਿਖੇ ਮੁਕੱਦਮਾ ਦਰਜ ਕਰ ਰਿਹਾ। ਟੈਕਨੀਕਲ ਤਰੀਕਿਆਂ ਨਾਲ ਤੇ ਹਰ ਸੰਭਵ ਜਿਹੜੀ ਤਫਤੀਸ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਇਹਦੀ ਮੁਕੱਦਮੇ ਦੀ ਤਫਤੀਸ਼ ਅਮਲ ਦੇ ਵਿੱਚ ਲਿਆਂਦੀ ਜਾਊਗੀ।
ਤੇ ਇਦਾਂ ਦਾ ਡਰੋਨ ਮੰਗਵਾਉਣ ਵਾਲਿਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਤੇ ਸਲਾਖਾਂ ਦੇ ਵਿੱਚ ਭੇਜਿਆ ਜਾਵੇ। ਥਾਣਾ ਭੋਗਪੁਰ ਦੇ ਹੋਮਗਾਰਡ ਪੁਲਿਸ ਮੁਲਾਜ਼ਮ ਹਰਦੇਵ ਸਿੰਘ ਨੇ ਥਾਣੇ ਦੇ ਹੀ ਉੱਚ ਅਧਿਕਾਰੀਆਂ ਵੱਲੋਂ ਉਸ ਵੱਲੋਂ ਫੜੇ ਸਮਾਜ ਵਿਰੋਧੀ ਅੰਸਰਾਂ ਨੂੰ ਰਿਸ਼ਵਤ ਲੈ ਕੇ ਛੱਡਣ ਦੇ ਗੰਭੀਰ ਦੋਸ਼ ਲਗਾਏ ਤੇ ਕੌਮੀ ਮਾਰਗ ਤੇ ਲੰਮੇ ਪੈ ਕੇ ਕੁਝ ਮਿੰਟ ਆਵਾਜਾਈ ਰੋਕ ਕੇ ਪ੍ਰਦਰਸ਼ਨ ਵੀ ਕੀਤਾ। ਬਾਅਦ ਵਿੱਚ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਕੌਮੀ ਮਾਰਗ ਤੋਂ ਉਠਾਇਆ ਤੇ ਪੁਲਿਸ ਦੇ ਜਵਾਨ ਵੱਲੋਂ ਆਪਣੇ ਹੀ ਜਵਾਨ ਨੂੰ ਠੁੱਡੇ ਮਾਰ ਕੇ ਉਠਾਇਆ ਗਿਆ। ਜਦੋਂ ਥਾਣਾ ਮੁਖੀ ਇੰਸਪੈਕਟਰ ਸੁਖਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ। ਉਹਨਾਂ ਕਿਹਾ ਕਿ ਮੌਕੇ ਦਾ ਗਵਾਹ ਨਾ ਹੋਣ ਕਰਕੇ ਤੇ ਲਿਖਤੀ ਸ਼ਿਕਾਇਤ ਨਾ ਹੋਣ ਕਰਕੇ ਜਿੰਨੀ ਕਾਨੂੰਨੀ ਕਾਰਵਾਈ ਬਣਦੀ ਸੀ ਦੋਸ਼ੀਆਂ ਖਿਲਾਫ ਕਰ ਦਿੱਤੀ ਗਈ ਹੈ। ਆਪ ਆਗੂ ਜੀਤ ਲਾਲ ਭੱਟੀ ਨੇ ਕਿਹਾ ਕਿ ਹਰਦੇਵ ਸਿੰਘ ਦੋਸ਼ੀਆਂ ਦੇ ਨਾਂ ਲਿਖਵਾਏ ਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਵੇਗੀ। ਪੇਸ਼ ਹੈ ਭੋਗਪੁਰ ਤੋਂ ਸਾਡੇ ਪੱਤਰਕਾਰ ਗੁਰਪ੍ਰੀਤ ਭੋਗਲ ਦੀ ਇਹ ਰਿਪੋਰਟ। ਸਰ ਇੱਕ ਮਾਮਲਾ ਆਇਆ ਕਿ ਤੁਹਾਡੇ ਮੁਲਾਜ਼ਮ ਦਾ ਹੋਮਗਾਰਡ ਦਾ ਮੁਲਾਜ਼ਮ ਆ ਅੱਜ ਉਹਦਾ ਕਹਿਣਾ ਵਾ ਕਿ ਉਹਨਾਂ ਧੱਕਾ ਹੋਇਆ, ਉਹਨੇ ਮੁਜਬ ਫੜੇ ਸੀ 4-5 ਦਿਨ ਪਹਿਲਾਂ ਲੜਾਈ ਦੇ ਕੇਸ 'ਚ ਤੇ ਉਹ ਥਾਣੇ ਲੈ ਕੇ ਆਇਆ ਤੇ ਪੁਲਿਸ ਵੱਲੋਂ ਛੱਡ ਦਿੱਤੇ ਗਏ ਆ, ਅਫਸਰਾਂ ਵੱਲੋਂ ਛੱਡ ਦਿੱਤੇ ਗਏ। ਕੀ ਆ ਸਰ ਪੂਰਾ ਮਾਮਲਾ ਇਹਦਾ? ਉੱਥੇ ਕੋਈ ਲੜਕੇ ਝਗੜਾ ਹੋਇਆ ਸੀਗਾ, ਲੜਕਿਆਂ ਦਾ ਉੱਥੇ ਮੌਕੇ ਤੇ ਗਿਆ, ਉੱਥੋਂ ਮੌਕੇ ਤੇ ਜਿਹੜੇ ਮੁੰਡੇ ਜਾਂਦੇ ਸੀ ਉਹਨਾਂ ਦੀ ਜਿਹੜੀ ਅਪੋਇੰਟਮੈਂਟ ਅਸੀਂ ਲੈਂਦੇ ਸੀਗਾ। ਬਾਕੀ ਐਸਟੀਐਮ ਨੇ ਉਹਨਾਂ ਨੇ ਐਸਟੀਐਮ ਕੋਰਟ ਲੈਣਾ ਬੇਲ ਲੈ ਲਈ ਹੈ, ਠੀਕ ਹੈ। ਤੇ ਜਦੋਂ ਬੇਲ ਲੈ ਲਈ, ਬੇਲ ਤੇ ਰਿਲੀਜ਼ ਤਾਂ ਕਰਨਾ ਹੀ ਸੀ, ਠੀਕ ਹੈ। ਬਾਕੀ ਜਿਹੜੀ ਕੋਈ ਇਹ ਕਹਿ ਰਿਹਾ ਮੇਰੇ ਨਾਲ ਗੱਲ ਪਈ, ਇਹੋ ਜਿਹੀ ਕੋਈ ਗੱਲ ਨਹੀਂ, ਨਾ ਕੋਈ ਇਹੋ ਜਿਹੀ ਸਾਡੇ ਕੋਲ ਮੇਰੇ ਧਿਆਨ 'ਚ ਲੈਂਦੀ ਹੈ। ਇਹ ਨਹੀਂ ਹੁੰਦਾ ਵੀ ਜੇ ਮੇਰੇ ਮੁਲਾਜ਼ਮ ਨਾਲ ਵੀ ਹੋਊਗਾ ਤੇ ਅਸੀਂ ਉਹਨੂੰ ਆਰਾਮ ਦੇ ਨਾਲ ਅੱਖੋਂ ਖੋਲ ਕੇ ਕਰ ਦਿਆਂਗੇ। ਤੁਸੀਂ ਚੋਰ ਵੱਡੀ ਤੋਂ ਵੱਡੀ ਚੋਰੀ ਕਰਦੇ ਦੇਖੇ ਸੁਣੇ ਹੋਣਗੇ। ਅੱਜ ਸਾਨੂੰ ਉਹ ਚੋਰਾਂ ਦੀ ਕਹਾਣੀ ਦੱਸਦੇ ਹਾਂ ਜੋ ਆਏ ਤੋਂ ਚੋਰੀ ਕਰਨ ਸਨ, ਪਰ ਜਦੋਂ ਚੋਰੀ ਕਰਨ ਲਈ ਕੁਝ ਹੋਰ ਨਾ ਲੱਭਾ ਤਾਂ ਕਿਸਾਨ ਆਗੂ ਸ਼ੇਰੇ ਪੰਜਾਬ ਦੀ ਨਵੀਂ ਪੱਗ ਅਤੇ 5 ਢੱਕਣ ਸੀਵਰੇਜ ਦੇ ਚੋਰੀ ਕਰਕੇ ਫਰਾਰ ਹੋ ਗਏ। ਮਾਮਲਾ ਬਟਾਲਾ ਦੇ ਧਰਮਪੁਰਾ ਕਲੋਨੀ ਤੋਂ ਸਾਹਮਣੇ ਆਇਆ। ਜਦਕਿ ਘਰ ਦੇ ਮਾਲਕ ਆਪਣੇ ਕਮਰਿਆਂ ਵਿੱਚ ਸੁੱਤੇ ਹੋਏ ਸਨ ਤਾਂ ਚੋਰ ਘਰ ਦੇ ਅੰਦਰ ਦਾਖਲ ਹੁੰਦੇ ਹਨ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ। ਘਰ ਦੇ ਮਾਲਕ ਵੱਲੋਂ ਆਨਲਾਈਨ ਪੁਲਿਸ ਸ਼ਿਕਾਇਤ ਵੀ ਦਰਜ ਕਰਵਾਈ ਗਈ। ਮੇਰਾ ਨਾਮ ਸ਼ੇਰ ਪੰਜਾਬ ਸਿੰਘ ਕਾਲੂ। ਇਹ ਰਾਤ ਕੋਈ 2:30 ਵਜੇ ਦੀ ਗੱਲ ਹੋਣੀ ਹੈ। ਅਸੀਂ ਤਾਂ ਆਪਾਂ ਅੰਦਰ ਸੁੱਤੇ ਸੀ। ਮੇਰੀ ਮਦਰ 4 ਵਜੇ ਉੱਠਦੀ ਹੈ ਡੇਲੀ ਰੂਟੀਨ ਵਾਈਜ਼। ਉੱਠ ਕੇ ਗੇਟ ਖੋਲ੍ਹ ਕੇ ਫਿਰ ਉਹਨਾਂ ਨੇ ਪਾਠ ਕਰਨਾ ਹੁੰਦਾ, ਇਸ਼ਨਾਨ ਕਰਕੇ। ਜਦੋਂ ਉੱਠੇ ਆ ਤੇ ਉਹ ਗੇਟ ਖੋਲ੍ਹਣ ਵਾਸਤੇ ਅੱਗੇ ਵਧੇ ਤੇ ਗਾਂ ਉਹਨਾਂ ਦਾ ਪੈਰ ਜਿਹੜਾ ਸੀ ਉਹ ਗਟਰ ਦੇ ਉੱਪਰ ਜਦੋਂ ਪਿਆ ਆ ਤੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਥੱਲੇ ਸ਼ਾਇਦ ਕੋਈ ਟੋਆ ਹੈ, ਕੋਈ ਚੀਜ਼ ਥੱਲੇ ਆਈ ਆ। ਜਦੋਂ ਉਹਨੇ ਥੱਲੇ ਚੈੱਕ ਕੀਤਾ ਤਾਂ ਥੱਲੇ ਗਟਰ ਜਿਹੜਾ ਲੋਹੇ ਦਾ ਗਟਰ ਦਾ ਢੱਕਣ ਸੀ ਮੇਨ ਹੋਲ, ਉਹ ਉੱਪਰ ਹੈ ਨਹੀਂ ਸੀ। ਉਹ ਗੇਟ ਲੱਗ ਗਏ ਆ, ਉੱਥੇ ਚੈੱਕ ਕੀਤਾ, ਉੱਥੇ ਵੀ ਹੈ ਨਹੀਂ। ਉਹ ਜਿੱਧਰ ਵੀ ਜਾਣ, ਜਿੰਨੇ ਵੀ ਮੇਨ ਹੋਲ ਬਣੇ ਸੀ ਘਰ ਦੇ ਵਿੱਚ, ਘਰ ਦੇ ਬਾਹਰ ਬਰਾਂਡੇ 'ਚ ਕੋਈ 5-6 ਮੇਨ ਹੋਲ ਬਣੇ ਸੀ, ਸਾਰਿਆਂ ਦੇ ਗਟਰ ਦੇ ਢੱਕਣ ਗਾਇਬ ਆ। ਇਹ ਅੰਦਰ ਆਣ ਕੇ ਇਹਨਾਂ ਸਾਨੂੰ ਠਾ ਲਿਆ ਕਿ ਚੋਰ ਆਏ ਨੇ, ਚੋਰੀ ਹੋਈ ਜਾਂ ਆਪਣਾ ਬਾਕੀ ਸਮਾਨ ਚੈੱਕ ਕਰ ਲਓ। ਅਸੀਂ ਨਿਕਲ ਕੇ ਤਸੱਲੀ ਨਾਲ ਸਾਰਾ ਕੁਝ ਵੇਖਿਆ, ਸਾਡੀ ਗੱਡੀ, ਮੋਟਰਸਾਈਕਲ, ਸਾਰਾ ਕੁਝ ਉੱਦਾਂ ਹੀ। ਇੱਕ ਪੱਗ ਪਈ ਸੀ ਨਵੀਂ, ਉਹਨੇ ਚੋਰਾਂ ਨੇ ਦਲੇਰੀ ਵੇਖੋ, ਪਹਿਲਾਂ ਤਾਂ ਮੈਨੂੰ ਲੱਗਦਾ ਬੜੇ ਆਰਾਮ ਨਾਲ ਉਹ ਆਏ ਆ, ਆਣ ਕੇ ਢੱਕਣ ਢੁੱਕਣ ਪੁੱਟੇ ਆ ਉਹਨਾਂ ਨੇ। ਪੁੱਟ ਕੇ ਉਸ ਤੋਂ ਬਾਅਦ ਉਹਨਾਂ ਪੱਗ ਵੀ ਲਈ ਉੱਥੋਂ, ਪੱਗ ਲੈ ਕੇ ਉਹਨੂੰ ਸ਼ਾਇਦ ਲਪੇਟਿਆ, ਅਦਰਵਾਈਜ਼ ਹੋਰ ਪੱਗ ਉਹਨਾਂ ਦੀ ਕਿਹੜੇ ਕੰਮ ਹੋਣੀ ਸੀ ਚੋਰਾਂ ਦੇ, ਪੱਗ 'ਚ ਲਪੇਟ ਕੇ ਲੈ ਕੇ। ਹਾਂਜੀ ਹਾਂ, ਨਹੀਂ ਬੰਨਣੀ ਉਹਨਾਂ ਨੇ ਕਾਹਦੀ, ਚੋਰਾਂ ਨੇ ਕਾਹਦੀ ਬੰਨਣੀ। ਉਹ ਇੱਕ ਅਮਲੀਆਂ ਦਾ ਟੋਲਾ ਸੀ, ਕਿਉਂਕਿ ਉਹ ਚੋਰ ਉਹ ਹੁੰਦੇ ਜਿਹੜੇ 20-20 ਰੁਪਏ ਚੀਜ਼ ਵੇਚ ਦਿੰਦੇ ਤੇ 20 ਰੁਪਏ ਪਿੱਛੇ ਬੰਦਾ ਵੀ ਮਾਰ ਦਿੰਦੇ, ਕੋਈ ਪਰਹੇਜ਼ ਨਹੀਂ ਕਰਦੇ। ਤੇ ਸਾਡੀ ਦੇ ਪੰਜਾਬ ਦੀ ਹੁਣ ਸਰਕਾਰ ਦੀ ਨਲਾਇਕੀ ਇਹ ਆ, ਇਹ ਕੰਮ ਇੱਥੇ ਤੱਕ ਕਿਉਂ ਪਹੁੰਚਿਆ? ਇੱਥੇ ਤੱਕ ਸਿਰਫ ਇਸੇ ਕਰਕੇ ਪਹੁੰਚਿਆ ਕਿਉਂਕਿ ਆਪਾਂ ਨਸ਼ੇ ਤੇ ਅੱਜ ਤੱਕ ਰੋਕ ਹੀ ਨਹੀਂ ਲਾਈ। ਜੇ ਭਗਵੰਤ ਮਾਨ ਜੀ ਤੁਸੀਂ ਸੰਤਾਂ ਦਾ ਚੋਲਾ ਪਾ ਕੇ ਘੁੰਮੋਗੇ ਪੰਜਾਬ 'ਚ, ਤੁਸੀਂ ਪੰਜਾਬ ਨੂੰ ਨਹੀਂ ਸੁਧਾਰ ਸਕਦੇ। ਇੱਥੇ ਕਾਂ ਮਾਰ ਕੇ ਟੰਗਣੇ ਪੈਣੇ, ਇੱਥੇ ਹਿਟਲਰ ਦਾ ਰੂਪ ਧਾਰਨ ਕਰਨਾ ਪੈਣਾ ਜੇ, ਸਟ੍ਰਿਕਟ ਐਕਸ਼ਨ ਲੈਣਾ ਪੈਣਾ ਜੇ, ਫਿਰ ਇਹ ਚੋਰੀਆਂ ਰੁਕਣੀਆਂ। ਅਦਰਵਾਈਜ਼ ਪੰਜਾਬ ਦੇ ਵਿੱਚ ਲੋਕਾਂ ਦੇ ਘਰਾਂ 'ਚ ਰਹਿਣਾ ਔਖਾ ਹੋਣਾ। ਲੋਕ ਤਾਂ ਅੱਗੇ ਬਾਹਰ ਨੂੰ ਭੱਜ ਰਹੇ ਨੇ ਤੇ ਜਿਸੇ ਤਰੀਕੇ ਨਾਲ ਹਾਸੇ ਵਾਪਰ ਗਏ, ਇੱਥੇ ਪੰਜਾਬ 'ਚ ਕਿਸੇ ਨੇ ਜੀ ਰਹਿਣਾ। ਸਟ੍ਰਿਕਟਲੀ ਐਕਸ਼ਨ ਲੈ ਕੇ ਸਭ ਤੋਂ ਪਹਿਲਾਂ ਨਸ਼ੇ ਨੂੰ ਮੁਕਾਓ, ਕਿਉਂਕਿ ਸਾਰੇ ਕ੍ਰਾਈਮ ਦੀ ਜੜ ਨਸ਼ਾ ਜੀ। ਫਿਰ ਮੈਂ 4 ਵਜੇ ਉੱਠੀ ਹਾਂ। ਉੱਠ ਕੇ ਤੇ ਮੈਂ ਪਹਿਲਾਂ ਗੇਟ ਖੋਲ੍ਹਦੀ ਹਾਂ, ਗੇਟ ਖੋਲ੍ਹ ਕੇ ਫਿਰ ਮੈਂ ਇਸ਼ਨਾਨ ਕਰਕੇ ਪਾਠ ਕਰਨ ਜਾਂਦੀ ਹਾਂ। ਜਦੋਂ ਮੈਂ ਗੇਟ ਖੋਲ੍ਹਣ ਵਾਸਤੇ ਉੱਠੀ ਹਾਂ, ਇੱਕ ਗੇਟ ਮੈਂ ਖੋਲ੍ਹਿਆ, ਦੂਸਰਾ ਗੇਟ ਖੋਲ੍ਹਣ ਵਾਸਤੇ ਜਦੋਂ ਮੈਂ ਜਾ ਰਹੀ ਹਾਂ ਤੇ ਮੇਰਾ ਪੈਰ ਜਿਹੜਾ ਗਾੜ ਉਂਗਲਾਂ ਜਿਹੜੀਆਂ ਸੀਗੀਆਂ ਥੋੜ੍ਹਾ ਜਿਹਾ ਠਾਂ ਹੋਇਆ ਵਾ ਤੇ ਮੈਂ ਛੇਤੀ ਨਾਲ ਥੱਲੇ ਦੇਖਿਆ ਕਿ ਥੱਲੇ ਮੇਰਾ ਪੈਰ ਕਿੱਧਰ ਗਿਆ ਵਾ। ਜਦੋਂ ਵੇਖਿਆ ਥੱਲੇ ਗਟਰ ਜਿਹੜਾ ਸੀ, ਗਟਰ 'ਤੇ ਮੇਰਾ ਪੈਰ ਵਾ ਤੇ ਗਟਰ 'ਤੇ ਢੱਕਣ ਹੈ ਨਹੀਂ ਗਾ। ਇਹ ਆ ਵੀ ਮੈਂ ਥੋੜ੍ਹਾ ਜਿਹਾ ਐਂ ਕਰਕੇ ਹੋਈ ਹਾਂ ਤੇ ਮੈਂ ਮਤਲਬ ਸੰਭਲ ਗਈ ਆਪਣੇ ਆਪ ਨੂੰ ਕਿ ਡਿੱਗੀ ਨਹੀਂ ਹੈਗੀ। ਜੇ ਮੈਂ ਡਿੱਗ ਜਾਂਦੀ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ, ਸੱਟ ਬਹੁਤ ਜ਼ਿਆਦਾ ਲੱਗ ਸਕਦੀ ਸੀਗੀ। ਤੇ ਫਿਰ ਮੈਂ ਉਸ ਤੋਂ ਬਾਅਦ ਮੈਂ ਦੂਸਰੇ ਗੇਟ ਵੇਖਿਆ ਕਿ ਮੈਂ ਕਿੱਥੇ ਹੋਰ ਗਟਰ ਜਿਹੜੇ ਉਹਨਾਂ 'ਚ ਵੇਖਿਆ ਤਾਂ ਉਹਨਾਂ ਦੇ ਢੱਕਣ ਜਿਹੜੇ ਸੀ 5 ਗਟਰਾਂ ਦੇ ਢੱਕਣ ਜਿਹੜੇ ਨਹੀਂ ਹੈਗੇ ਸੀਗੇ। ਤੇ ਇਹ ਤਾਂ ਬਹੁਤ ਮੁਸ਼ਕਲ ਦੀ ਗੱਲ ਹੋ ਜਾਂਦੀ ਆ ਨਾ ਕਿ ਇਸ ਤਰ੍ਹਾਂ ਤੇ ਕੋਈ ਵੀ ਹਾਦਸਾ ਹੋਣ ਤੋਂ ਇੰਨਾ ਮੈਂ ਭਾਈ ਮਾਲਕ ਦਾ ਲੱਖ ਲੱਖ ਸ਼ੁਕਰ ਕਰਦੇ। ਪਤਾ ਨਹੀਂ ਮੈਂ ਸਵੇਰੇ ਉੱਠ ਕੇ ਬਾਬਾ ਜੀ ਦਾ ਨਾਮ ਲੈਂਦੀ ਹਾਂ ਤਾਂ ਕਰਕੇ ਕਿ ਮੈਂ ਇਹ ਹਾਦਸੇ ਤੋਂ ਬਚ ਗਈ ਹਾਂ। ਬਾਰਿਸ਼ ਨੇ ਇੱਕ ਵਾਰੀ ਫਿਰ ਪ੍ਰਸ਼ਾਸਨ ਦੀ ਪੋਲ ਖੋਲ ਦਿੱਤੀ ਹੈ। ਗੱਲ ਕਰਦੇ ਹਾਂ ਹਲਕਾ ਖਰੜ ਅਧੀਨ ਆਉਂਦੀ ਕਲੋਨੀ
ਦਸ਼ਮੇਸ਼ ਇਨਕਲੇਵ ਦੀ, ਜੋ ਕਿ ਮੁੰਡੀ ਖਰੜ ਵਿੱਚ ਹੈ, ਜਿੱਥੇ ਇੱਕ ਦਿਨ ਦੇ ਪਾਣੀ ਨਾਲ ਜਲ-ਥਲ ਕਰ ਦਿੱਤੀ ਹੈ ਤੇ ਬਰਸਾਤੀ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਲੋਕਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਇਹੀ ਹਾਲ ਹੈ ਤੇ ਉਹਨਾਂ ਨੇ ਸਮੇਂ-ਸਮੇਂ ਹਰ ਸਰਕਾਰ ਕੋਲ ਗੁਹਾਰ ਲਗਾਈ, ਪਰ ਮਾਮਲਾ ਜਿਉਂਦਾ ਤਿਉਂ ਰਿਹਾ। ਤੁਸੀਂ ਵੀ ਦੇਖੋ ਇਹ ਤਸਵੀਰਾਂ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਹੋ ਔਰ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਕਿੰਨਾ ਪਾਣੀ ਖੜਾ ਹੈ। ਥੋੜੀ ਜੀ ਬਰਸਾਤ ਨਾਲ ਇੰਨੀ ਬੁਰੀ ਹਾਲਤ ਹੋਈ ਹੈ ਔਰ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਲੋਕਾਂ ਦੇ ਘਰਾਂ ਅੰਦਰ ਪਾਣੀ ਵੀ ਵੜ ਚੁੱਕਾ ਔਰ ਸਾਰਾ ਸਮਾਨ ਤੱਕ ਭਿੱਜ ਰਿਹਾ ਹੈ। ਲੋਕਾਂ ਨੇ ਰੋਲਾ ਪਾਇਆ ਹੋਇਆ ਸੀ ਕਿ ਪਹਿਲਾਂ ਵੀ ਪ੍ਰਸ਼ਾਸਨਿਕ ਅਧਿਕਾਰੀ ਆਏ ਸੀ, ਕਿਸੇ ਨੇ ਕੋਈ ਸਾਰ ਨਹੀਂ ਲਈ ਔਰ ਹੁਣ ਵੀ ਇਹੀ ਹਾਲ ਹੋਇਆ। ਉਹਨਾਂ ਦਾ ਕੋਈ ਮਤਲਬ ਇੱਥੇ ਦੇਖਣ ਦਾ ਹੈ ਨਹੀਂ ਕਿ ਕੋਈ ਆ ਕੇ ਦੇਖੇ ਕਿ ਕਿੰਨੀ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਲੋਕਾਂ ਨੂੰ। ਆਓ ਗੱਲਬਾਤ ਕਰਦੇ ਹਾਂ ਲੋਕਾਂ ਨਾਲ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜਾ ਇਹ ਪਾਣੀ ਆਇਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਾਣੀ ਹੁਣ ਪਹਿਲਾਂ ਵੀ ਆਇਆ ਸੀ, ਪਿਛਲਾ ਹਫ਼ਤਾ ਕੁ ਹੋ ਹੀ ਗਿਆ ਹਨਾ। ਉਦੋਂ ਵੀ ਥੋੜੀ ਜਿਹੀ ਬਾਰਿਸ਼ ਪਈ ਤਾਂ ਪਾਣੀ ਆ ਗਿਆ। ਉਦੋਂ ਤਾਂ ਬਹੁਤ ਹੀ ਜ਼ਿਆਦਾ ਪਾਣੀ ਵੜ ਗਿਆ ਸਾਡੇ ਘਰੇ। ਇਧਰੋਂ ਸੰਨੀ ਵੱਲੋਂ ਪਾਣੀ ਬਹੁਤ ਆਇਆ ਤੇ ਇਹਦਾ ਕੁਝ ਹੱਲ ਹੋਣਾ ਚਾਹੀਦਾ। ਤਾਂ ਹੁਣ ਤਾਂ ਥੋੜਾ ਜਿਹਾ ਮੀਂਹ ਪੈ ਗਿਆ ਫੇਰ ਆ ਗਿਆ। ਸਮਾਨ ਕਿੰਨਾ ਖਰਾਬ ਹੁੰਦਾ, ਰੋਜ਼ ਥੋੜੀ ਸਮਾਨ ਬਣਦਾ। ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਕੋਲ ਆਇਆ ਸੀ? ਇੱਥੇ ਕੋਈ ਨਹੀਂ ਆਇਆ ਹੈਗਾ। MC ਆਇਆ ਸੀਗਾ, ਉਦੋਂ ਉਹਨੂੰ ਪਾਣੀ ਕਢਵਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਨਿਕਲਿਆ ਨਹੀਂ ਸੀ ਹੈਗਾ। ਹੁਣ ਅਸੀਂ ਸਵੇਰੇ ਵੀ MC ਨੂੰ ਫੋਨ ਕੀਤਾ ਸੀਗਾ, ਹਜੇ ਤਾਂ ਕੋਈ ਇੱਥੇ ਆਇਆ ਨਹੀਂ। ਕਹਿੰਦੇ ਕਢਵਾ ਦਿੰਦੇ ਆ। ਕਿੰਨਾ ਕੁ ਨੁਕਸਾਨ ਹੋ ਚੁੱਕਿਆ ਤੁਹਾਡਾ? ਨੁਕਸਾਨ ਤਾਂ ਬਥੇਰਾ ਹੋਇਆ ਸਾਡਾ। ਅੰਦਰ ਆਣ ਕੇ ਦੇਖ ਲਓ ਤੁਸੀਂ, ਸੋਫੇ ਸਾਰੇ ਗਲੇ ਪਏ, ਬੈੱਡ, ਉਹਦੇ ਕਿਚਨ 'ਚ ਪਾਣੀ ਵੜਿਆ ਪਿਆ, ਫ੍ਰਿਜ 'ਚ ਪਾਣੀ ਵੜਿਆ ਪਿਆ, ਸਾਰੇ ਕੱਪ ਅਲਮਾਰੀਆਂ 'ਚ ਪਾਣੀ ਵੜਿਆ ਪਿਆ। ਕਿੰਨਾ ਸਮਾਨ ਸਾਡਾ ਖਰਾਬ ਹੋਇਆ। ਸੋ ਇਹ ਕਹਿ ਰਹੇ ਨੇ ਕਿ ਸਾਡੇ ਫਰਿੱਜਾਂ ਵਿੱਚ ਵੀ ਪਾਣੀ ਵੜ ਰਿਹਾ ਹੈ। ਜੇ ਫਰਿੱਜਾਂ ਵਿੱਚ ਪਾਣੀ ਵੜ ਗਿਆ ਤਾਂ ਸਮਝੋ ਘਰਾਂ ਵਿੱਚ ਕਰੰਟ ਵੀ ਆ ਸਕਦਾ ਹੈ। ਸੋ ਲੋਕਾਂ ਨੂੰ ਵੀ ਮੇਰੀ ਇਹੀ ਅਪੀਲ ਹੈ ਕਿ ਹਲੇ ਜਿਹੜੇ ਆਪਣੇ ਫਰਿੱਜ ਵਗੈਰਾ ਉਹ ਸੁੱਚ ਬੰਦ ਕਰਕੇ ਰੱਖੋ, ਨਹੀਂ ਤਾਂ ਕਰੰਟ ਨਾਲ ਕੋਈ ਨਾ ਕੋਈ ਨੁਕਸਾਨ ਹੋ ਸਕਦਾ। ਹਾਂਜੀ ਮੈਮ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੋਈ ਸੁਣਵਾਈ ਨਹੀਂ ਹੁੰਦੀ। ਇਹੀ ਕਹਿਣਾ ਚਾਹੁੰਦੇ ਆ ਵੀ ਇਹਦਾ ਕੋਈ ਹੱਲ ਹੋਣਾ ਚਾਹੀਦਾ ਤੇ ਕਿਉਂਕਿ ਸਭ ਨੂੰ ਇੱਥੇ ਦੇਖਣਾ ਚਾਹੀਦਾ ਆਣ ਕੇ। ਦੇਖੋ ਕਿੰਨੀ ਦੁਨੀਆ ਖਰਾਬ ਹੋ ਰਹੀ, ਪਰੇਸ਼ਾਨ ਹੋ ਰਹੀ ਹੈ, ਕਿੰਨਾ ਬਾਰਿਸ਼ 'ਚ ਔਖਾ ਹੋ ਰਿਹਾ। ਤੁਹਾਡੇ ਘਰ 'ਚ ਛੋਟੇ ਬੱਚੇ ਹੋਣੇ, ਉਹ ਕੀ ਸਮਝ? ਸਾਡੇ ਬੱਚੇ ਵੱਡੇ ਨੇ, ਕੋਈ ਬੱਚੇ ਛੋਟੇ ਨਹੀਂ ਹੈਗੇ, ਬਟ ਹੈ ਤਾਂ ਔਖਾ ਹੈ ਨਾ। ਪਰੇਸ਼ਾਨੀ ਤਾਂ ਕਿੰਨੀ ਹੈ ਨਾ। ਹੁਣ ਮਿੰਟੋ ਬੰਦਾ ਜੇ ਇਕੱਲਾ ਬੰਦਾ ਹੋਏ, ਬੰਦਾ ਇਕੱਲਾ ਕੀ ਕਰ ਸਕਦਾ ਤੁਸੀਂ ਦੱਸੋ? ਹੁਣ ਤਾਂ ਅਸੀਂ ਵੀ ਫੋਨ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਲੈਣੇ ਕੋਲੋਂ। ਜੇ ਬੰਦਾ ਇਕੱਲੀ ਜਨਾਨੀ ਹੋਏ, ਰਿਸ਼ਤੇਦਾਰ ਵੀ ਇੱਥੇ ਨਾ ਹੋਏ, ਫੇਰ ਕੀ ਕਰ ਸਕਦਾ ਬੰਦਾ? ਇਕੱਲਾ ਥੋੜਾ ਕੁਝ ਕਰ ਸਕਦਾ ਇੱਥੇ ਕੋਈ। ਇਹ ਸਹੀ ਕਹਿ ਰਹੇ ਨੇ, ਜੇ ਘਰ ਵਿੱਚ ਇਕੱਲਾ ਇਨਸਾਨ ਰਹਿੰਦਾ ਹੋਵੇ ਔਰ ਪਾਣੀ ਨਾਲ ਸਾਰਾ ਭਰਿਆ ਹੋਵੇ ਤਾਂ ਉਹਨੂੰ ਸਮਾਨ ਚੱਕਣ 'ਚ ਵੀ ਬਹੁਤ ਜ਼ਿਆਦਾ ਮੁਸ਼ਕਿਲ ਆਂਦੀ ਹੈ। ਹਾਲਾਂਕਿ ਇਹਨਾਂ ਨਾਲ ਕਾਫੀ ਮੈਂਬਰਸ ਇਕੱਠੇ ਹੋਏ ਆ ਜਿਹੜੇ ਮਤਲਬ ਇਹਨਾਂ ਦੀ ਹੈਲਪ ਕਰ ਰਹੇ ਆ। ਇਹਨਾਂ ਦਾ ਸਹੀ ਕਹਿਣਾ ਹੈ। ਇਹ ਸਾਡੀ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਹੈ। ਸੋ ਪਲੀਜ਼ ਇੱਕ ਵਾਰ ਦਸ਼ਮੇਸ਼ ਇਨਕਲੇਵ ਦੇ ਵਾਰਡ ਨੰਬਰ 7 ਵਿੱਚ ਆਓ ਔਰ SDM ਨੂੰ ਵੀ ਫੋਨ ਕੀਤੇ, ਆਪਣੇ DC ਨੂੰ ਵੀ ਫੋਨ ਕੀਤੇ, ਕਿਤੇ ਉਹ ਕਹਿੰਦੇ ਕਰਾਵਾਂਗੇ। ਕੋਈ ਸਾਰ ਲੈਣ ਕਰ ਸਾਡੇ ਬੰਦਾ ਕੋਈ ਨਹੀਂ ਸਾਡੇ ਕੋਲ ਆਇਆਗਾ। ਹਜੇ ਪਰਸੋਂ ਦੀ ਗੱਲ ਹੈ, ਮੈਂ ਹਜੇ ਉਹਨਾਂ ਨੂੰ ਫੋਨ ਕੀਤਾ ਸੀ MC ਨੂੰ ਵੀ, ਇਹ ਸੀਵਰੇਜ ਖਾਲੀ ਕਰਵਾ ਦਿਓ। ਕਹਿੰਦੇ ਸੀ ਗੱਡੀ ਭੇਜੀ, ਪਿੱਛੇ ਭੇਜੀ ਗੱਡੀ, ਅੱਗੇ ਕੋਈ ਗੱਡੀ ਨਹੀਂ। ਸਾਰੇ ਮੈਂ ਪਲੰਬਰ ਨੂੰ ਐਕਸਟਰਾ ਬੁਲਾਇਆ ਪ੍ਰਾਈਵੇਟ, ਮੈਂ ਕਿਹਾ ਤੂੰ ਕਰ ਦੇ। ਉਹਦੇ ਚਾਰजेस ਤੁਸੀਂ ਆਪਣੇ ਵੱਲੋਂ ਪੇ ਕੀਤੇ? ਹਾਂ, ਆਪਣੇ ਵੱਲੋਂ। ਫਿਰ ਇੱਥੇ ਕੋਈ ਨਹੀਂ ਆਇਆ। ਉਹਨੇ ਸਾਰੇ ਦੇਖਿਆ, ਚੈੱਕ ਕਰਕੇ ਕਹਿੰਦਾ ਸੀਵਰੇਜ ਸਾਰੇ ਭਰੇ ਹੋਏ ਆ। ਇਹ ਪਾਣੀ ਇੱਧਰ ਨੀਵੀਂ ਗਲੀ ਕਰਕੇ ਸਾਰਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ। ਇਹਦਾ ਕੋਈ ਹੱਲ ਹੋਣਾ ਚਾਹੀਦਾ। ਸਾਡੀ ਜਿਹੜੀ ਰਿਪੋਰਟ ਹੈਗੀ ਉਹਦੇ ਭਗਵੰਤ ਮਾਨ ਤੱਕ ਤੁਸੀਂ ਜ਼ਰੂਰ ਪਹੁੰਚਾਣੀ ਹੈ। ਸੋ ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹੀ ਕਹਿੰਦੇ ਜਾਣੇ ਆ, ਜਿਹੜਾ ਇੱਥੇ ਸੀਵਰੇਜ ਬੰਦ ਹੈਗੇ ਆ ਜਾਂ ਗਲੀ 'ਚ ਪਾਣੀ ਆਉਂਦਾ ਹੈਗਾ, ਉਹ ਪਾਣੀ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ। ਮਕਾਨ ਦੇ ਵਿੱਚ ਰੋਜ਼ ਪਾਣੀ ਕੱਢਣਾ ਵੀ ਔਖਾ ਲੱਗਦਾ ਹੈਗਾ। ਕਈ ਵਾਰੀ ਕੋਈ ਬੰਦਾ ਇੱਥੇ ਹੁੰਦਾ, ਕਈ ਵਾਰੀ ਨਹੀਂ ਕੋਈ ਹੁੰਦਾ ਘਰ ਦੇ ਵਿੱਚ ਨਹੀਂ। ਜੇ ਬਾਈ ਚਾਂਸ ਕਿਤੇ ਬੰਦਾ ਗਿਆ ਹੀ ਹੋਵੇ ਤੇ ਉਦੋਂ ਬਾਅਦ ਸਮਾਨ ਸਾਰਾ ਬੰਦੇ ਖਰਾਬ ਹੋ ਜਾਵੇ। ਬਿਸਤਰਿਆਂ ਤੱਕ ਸਾਡੇ ਖਰਾਬ ਹੋ ਗਏ, ਸੋਫਿਆਂ ਤੱਕ ਸਾਡੇ ਖਰਾਬ ਹੋਏ ਆ। ਕੋਈ ਹਰ ਚੀਜ਼ ਨਹੀਂ ਹੈਗਾ ਸਾਡਾ। ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਪਿੱਛੇ ਵੀ ਦਿਖਾਣ ਕਿ ਕਿਵੇਂ ਲੋਕਾਂ ਦੇ ਘਰਾਂ ਦੇ ਅੰਦਰ ਪਾਣੀ ਵੜਿਆ ਹੋਇਆ ਔਰ ਕਾਰਾਂ ਤੱਕ ਡੁੱਬੀਆਂ ਹੋਈਆਂ, ਮੋਟਰਸਾਈਕਲ ਵੀ ਡੁੱਬ ਚੁੱਕੇ ਆ ਇੱਥੇ ਔਰ ਜਿਹੜੇ ਸਕੂਟਰ ਵੀ ਹੈ ਉਹ ਵੀ ਕਾਫੀ ਹੱਦ ਤੱਕ ਡੁੱਬ ਚੁੱਕੇ ਔਰ ਇੱਥੇ ਪਾਣੀ ਹੈ ਨਾ, ਸੀਵਰੇਜ ਦਾ ਪਾਣੀ ਸਾਡੇ ਵਿਹੜੇ 'ਚ ਪਿੱਛੇ ਬੈਕ ਮਾਰਦਾ ਹੈ। ਸੀਵਰੇਜ ਵੀ ਸਾਫ਼ ਨਹੀਂ ਹੁੰਦੇ ਇੱਥੇ। ਸੀਵਰੇਜ ਸਾਫ਼ ਨਹੀਂ ਹੁੰਦਾ, ਗੰਦਾ ਪਾਣੀ। ਖੱਡੇ ਭਿੱਜ ਗਏ ਸਾਰੇ, ਇੰਨਾ ਨੁਕਸਾਨ ਹੋਇਆ ਕੋਈ ਹਿਸਾਬ ਹੀ ਨਹੀਂ। ਕਿੱਥੋਂ ਭਰਨ ਦੇਣਗੇ ਸਰਕਾਰ? ਸਾਡੀ ਗੱਡੀ ਸੀਗੀ ਇੱਥੇ ਖੜੀ ਸੀ, ਗੱਡੀ ਸਾਡੀ ਅਸੀਂ ਗੱਡੀ ਹੁਣ ਉਹ ਉੱਤੇ ਖੜੀ ਕਰਕੇ ਆਏ ਜਾ ਕੇ, ਸਾਡੀ ਗੱਡੀ ਦੇ ਵਿੱਚ ਉੱਤੇ ਤੱਕ ਪਾਣੀ ਆ ਗਿਆ। ਇਹ ਭਗਵੰਤ ਮਾਨ ਵਾਅਦੇ ਤਾਂ ਬਹੁਤ ਕਰਦਾ ਹੈਗਾ ਤੇ ਇਹਦਾ ਕੁਝ ਹੱਲ ਕਰੇ ਨਾ। ਫਿਰ MC ਕਰੇ ਜਾਂ ਜੋ ਵੀ ਹੈ ਇੱਥੇ ਦੇ ਪ੍ਰਧਾਨ, ਉਹਨਾਂ ਨੂੰ ਕਰਨਾ ਚਾਹੀਦਾ ਨਾ। ਇੰਨੀ ਸਾਰੀ ਪਬਲਿਕ ਇੰਨੀ ਪਰੇਸ਼ਾਨ ਹੁੰਦੀ ਆ। ਪਿਛਲੀ ਗਲੀ ਜਿਸ ਇਹ ਕਹਿੰਦਾ ਇੱਕ ਚੋਈ ਬਣੀ ਹੋਈ ਹੈਗੀ ਆ, ਚੋਈ ਦੀ ਸਫਾਈ ਨਹੀਂ ਹੁੰਦੀ। ਚੋਈ ਦੀ ਸਫਾਈ ਹੋਵੇ ਤਾਂ ਪਾਣੀ ਕਿਸੇ ਪਾਸੇ ਨਿਕਲ ਸਕੇ। ਉਹ ਚੋਰੀ ਇੰਨੀ ਚੋਈ ਬਣੀ, ਨਾਲਾ ਬਣਿਆ ਹੈਗਾ ਸਾਡੇ ਕੋਲੇ, ਉਹ ਇੰਨਾ ਗੰਦਾ ਨਾਲਾ ਹੈਗਾ, ਉਹਦੀ ਸਮੈਲ ਬਹੁਤ ਮਾਰਦੀ ਹੈਗੀ ਆ। ਉਹਦਾ ਪਾਣੀ ਸਾਡੇ ਘਰਾਂ ਤੱਕ ਬੈਗ ਜਾਂਦਾ ਵਾ ਜਿਹੜਾ ਹੁੰਦਾ ਹੈਗਾ। ਸੋ ਇਹ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਵੱਡੇ ਦਾਅਵੇ ਤਾਂ ਕਰਦੀ ਹੈ ਪਰ ਉਹਨਾਂ ਦਾਅਵਿਆਂ ਦੀ ਪੋਲ ਸ਼ਰੇਆਮ ਖੁੱਲਦੀ ਨਜ਼ਰ ਆ ਰਹੀ ਹੈ। ਤਸਵੀਰਾਂ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ
ਕਿੰਨਾ ਗੋਡੇ ਗੋਡੇ ਤੋਂ ਉੱਪਰ ਪਾਣੀ ਹੋ ਚੁੱਕਿਆ। ਅਗਰ ਕੋਈ ਛੋਟਾ ਬੱਚਾ ਇੱਥੋਂ ਦੀ ਲੰਘੇ ਤਾਂ ਸ਼ਾਇਦ ਉਹਦੇ ਬਾਰੇ ਪਤਾ ਹੀ ਨਾ ਲੱਗ ਸਕੇ ਕਿ ਕੋਈ ਬੱਚਾ ਇੱਥੋਂ ਦੀ ਲੰਘ ਪਾ ਰਿਹਾ। ਸੋ ਅਸੀਂ ਵੀ ਬੜੀ ਮੁਸ਼ਕਿਲ ਨਾਲ ਲੰਘ ਪਾ ਰਹੇ ਹਾਂ। ਆਓ ਗੱਲਬਾਤ ਕਰਦੇ ਹਾਂ ਅਸੀਂ ਹੋਰ ਲੋਕਾਂ ਨਾਲ, ਉਹ ਕੀ ਕਹਿਣਾ ਚਾਹੁੰਦੇ ਨੇ। ਦੇਖ ਸਕਦੇ ਹੋ ਕੁਦਰਤ ਦੀ ਕਰੋਪੀ ਇੰਨੀ ਆ ਚੁੱਕੀ ਹੈ ਕਿ ਇੱਥੇ ਸਾਡੇ ਮੰਦਿਰ ਵੀ ਡੁੱਬਣ ਤੱਕ ਉਹ ਹੋ ਚੁੱਕੇ ਨੇ, ਕੋਈ ਬਚਾਅ ਨਹੀਂ ਹੋ ਰਿਹਾ। ਅਸੀਂ ਗੱਲਬਾਤ ਕਰਾਂਗੇ, ਸਾਡੇ ਨਾਲ ਮੌਜੂਦ ਹੈ ਇੱਕ ਸ਼ਖਸ ਜਿਹੜੇ ਪਾਣੀ ਦੇ ਵਿੱਚੋਂ ਦੀ ਲੰਘ ਕੇ ਆ ਰਹੇ ਹਨ। ਜੀ ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? अरे अभी 10 दिन का भी मौका था, उस टाइम भी कुछ काम नहीं किए और उसके बाद इतना बार बार आता है, इसको कुछ करना चाहिए। यहाँ का हर बार होता है, ये नीची भी है। नाला के लिए भी पैसा आया था, वो भी नहीं काम किया। ਤੁਸੀਂ ਕਿੰਨਾਂ ਨੂੰ ਕਸੂਰਵਾਰ ਮੰਨਦੇ ਹੋ ਇਹਦੇ ਵਿੱਚ? ਮੇਰੇ ਪਿੱਛੇ ਇੱਕ ਲੇਡੀ ਗੱਲ ਕਰਨਾ ਚਾਹੁੰਦੇ ਆ। ਮੈਨੂੰ ਲੱਗਦਾ ਸ਼ਾਇਦ ਇਹ ਤੁਸੀਂ ਪ੍ਰੈਗਨੈਂਟ ਵੀ ਹੋ। ਸੋ ਤੁਸੀਂ ਦੇਖ ਸਕਦੇ ਹੋ ਕਿ ਅਗਰ ਇਹ ਪ੍ਰੈਗਨੈਂਟ ਲੇਡੀ ਨੂੰ ਕੋਈ ਪ੍ਰੋਬਲਮ ਆ ਜੇ ਤਾਂ ਕੌਣ ਜ਼ਿੰਮੇਵਾਰ ਹੋਏਗਾ, ਕਿਸ ਤਰ੍ਹਾਂ ਇਹ ਨਿਕਲ ਕੇ ਜਾਣਗੇ। ਉਹ ਗੱਲਬਾਤ ਕਰਦੇ ਇਹਨਾਂ ਨਾਲ। ਹਾਂਜੀ ਮੈਮ, मैं सरकार यहाँ जो प्रधान है उन सब से कह गया कि ये नाला बनवा दीजिए। ये सारा सनी का पानी यहाँ आता है, ये गली नीची है, इसको ऊंचा कराया जाए, कुछ तो कराया जाए। कोई नहीं, पिछले साल भी ऐसे ही, और हमारे घर में घुटने तक पानी आता है। देखिए अब थोड़ा घर में भी आई है, घर में पानी। ਸੋ ਮੈਂ ਕੈਮਰਾਮੈਨ ਨੂੰ ਰਿਕੁਐਸਟ ਕਰਾਂਗੀ ਪਲੀਜ਼ ਇਹਨਾਂ ਦੇ ਥੋੜੇ ਘਰ ਦੇ ਹਾਲਾਤ ਦਿਖਾਣ, ਕਿੰਨਾ ਪਾਣੀ ਇਹਨਾਂ ਦੇ ਘਰਾਂ ਦੇ ਅੰਦਰ ਵੜ ਚੁੱਕਿਆ ਔਰ ਇਹ ਆਪਣਾ ਸਮਾਨ ना ही ये बाहर कट सकते और ना ही प्रॉपर अंदर रख सकते हैं, क्योंकि बरसात ने इन्हां दा इन्ना नुकसान कर दिता है। तुसी तस्वीरें साफ देख सकते हो कि हमारी सरकार का नुकसान है, जो देखती नहीं है कि यहाँ क्या हो रहा है, नाला बन रहा है, कहाँ पानी जा रहा है, कैसे जाना चाहिए, उसका निकासा निकालना चाहिए। वो ये बरसात नहीं है, बरसात तो होनी है, ये तो प्रकृति का नहीं है, ये हमारी सरकार की गलती है कि सरकार देखती नहीं है। ये नाला क्यों नहीं बन रहा है? बनाना बनना चाहिए। अगर नाला बनेगा तो पानी यहाँ नहीं भरेगा, इतना बड़ा ग्राउंड भर जाता है। हाँ जी सर, ਜਿਹੜਾ ਇਹ ਪਿੱਛੇ ਪਾਣੀ ਖੜਾ ਹੈ ਉਹਦੇ ਬਾਰੇ ਮਤਲਬ ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਪੰਜਾਬ ਸਰਕਾਰ ਵੱਡੇ ਦਾਅਵੇ ਤਾਂ ਕਰਦੀ ਹੈ, ਉਹਦੇ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ। ਦਾਅਵਿਆਂ ਦੀ ਤਾਂ ਪੋਲ ਖੋਲ ਹੀ ਰਹੀ ਹੈ, ਤੁਹਾਡੇ ਸਾਹਮਣੇ ਹੀ ਹੈ। ਆਹ ਦੇਖੋ, ਜਦੋਂ ਵੀ ਬਾਰਿਸ਼ ਪੈਂਦੀ ਹੈ ਨਾ, ਇਹੀ ਹਾਲਤ ਸਾਡੇ ਇੱਥੇ ਹੁੰਦਾ ਹੈ। ਪਾਣੀ ਦੀ ਮਤਲਬ ਵੀ ਗੋਡੇ ਤੋਂ ਵੀ ਲੱਕ ਪਾਣੀ ਹੋ ਜਾਂਦਾ। ਗਲੀ 'ਚ ਤਾਂ ਬਿਲਕੁਲ ਹੀ ਪੋਪਰ ਹੈ, ਸਾਰੇ ਘਰਾਂ 'ਚ ਪਾਣੀ ਵੜ ਜਾਂਦਾ। ਸੰਨੀ ਤੋਂ ਦੀਵਾਰ ਟੁੱਟ ਗਈ ਹੈ ਤੇ ਸੰਨੀ ਦੇ ਜੇ ਇੱਥੇ ਦੀਵਾਰ ਕਰਦੇ ਆ ਤੇ ਦੀਵਾਰ ਵਿੱਚ ਲੜਦੇ ਆ ਲੋਕੀ ਸਾਡੇ ਨਾਲ। ਸਾਡੇ ਕਦੇ ਪਾਣੀ ਨਹੀਂ ਚੜਿਆ ਸੀ ਐਵੇਂ ਜਿਵੇਂ ਹੁਣ ਚੜਿਆ। ਮਤਲਬ ਪਾਣੀ ਚੜਨ ਦਾ ਕਾਰਨ ਕੀ ਹੈ? ਕਾਰਨ ਇਹੀ ਹੈ ਨਾ, ਤੁਹਾਨੂੰ ਦੱਸਿਆ, ਸੰਨੀ 'ਚੋਂ ਪਾਣੀ ਆਉਂਦਾ ਸਾਰਾ। ਸਾਡੇ ਨਹੀਂ ਸੀ ਇੰਨਾ ਪਾਣੀ ਆਉਂਦਾ ਕਦੇ ਵੀ। ਕੋਈ ਪ੍ਰਸ਼ਾਸਨਿਕ ਅਧਿਕਾਰੀ ਨੇ ਕੋਈ ਨਹੀਂ ਆਇਆ। ਐਮਸੀ ਆਇਆ ਸੀ 1-2 ਵਾਰੀ, ਉਹ ਕਹਿੰਦਾ ਕਰਾਂਗੇ ਹੱਲ ਕਰਾਂਗੇ, ਕੋਈ ਕਿਸੇ ਨੇ ਹੱਲ ਨਹੀਂ ਕੀਤਾ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਰਸਾਤ ਦੇ ਕਾਰਨ? ਦੇਖੋ, ਬਰਸਾਤ ਦੇ ਕਾਰਨ ਦਾ ਨੁਕਸਾਨ ਇਹ ਹੈ ਵੀ ਦੇਖੋ, ਅਸੀਂ ਤਾਂ ਮਜਬੂਰ ਹੋ ਗਏ। ਪਹਿਲਾਂ 2 ਵਾਰੀ ਮੀਂਹ ਪੈ ਲਿਆ ਤਾਂ ਅਸੀਂ ਮਜਬੂਰ ਹੋ ਗਏ, ਸਾਰਾ ਪਾਣੀ ਘਰਾਂ 'ਚ ਵੜ ਗਿਆ। ਰਾਤ ਮੀਂਹ ਪੈ ਰਿਹਾ, ਦੀਵਾਰ ਸਾਰੀ ਪਿਛਲੀ ਗਿਰ ਗਈ। ਅੱਜ ਸਾਰੇ ਹੀ ਪਾਣੀ ਫੇਰ ਮੁੜ ਕੇ ਲੋਕਾਂ ਦੇ ਘਰਾਂ 'ਚ ਵੜ ਗਿਆ। ਇਸ ਦਾ ਇੰਨਾ ਮਜਬੂਰ, ਮਕਾਨ ਵੇਚਣ ਤੇ ਹੀ ਮਜਬੂਰ ਹੋਏ ਹੋਏ ਆ ਵੀ ਮਕਾਨ ਵੇਚ ਕੇ ਅਸੀਂ ਕਿਸੇ ਪਾਸੇ ਨੂੰ ਹੋਰ ਪਾਸੇ ਜਾਈਏ, ਕਿ ਜੇ ਇਹੀ ਹਾਲਾਤ ਰਹੇ ਤਾਂ ਫਿਰ ਸਾਡਾ ਰਹਿਣਾ ਕਿਤੇ, ਸਾਡਾ ਜੀਵਨ ਹੀ ਬੇਗਰਕ ਹੋ ਗਿਆ। ਇਸ ਤਾਂ ਕਿਸੇ ਹਿੱਲੇ ਜੋਗੇ ਹੈ ਹੀ ਨਹੀਂ ਆ, ਨਾ ਅਸੀਂ ਵੇਚਣ ਜੋਗੇ ਨਾ ਅਸੀਂ ਰਹਿਣ ਜੋਗੇ। ਇਹ ਤਾਂ 24 ਘੰਟੇ ਪਾਣੀ ਵਿੱਚ ਹੀ ਡੁੱਬੇ ਰਹਿੰਦੇ ਆ। ਸਾਡਾ ਤਾਂ ਹਾਲਤ ਬਹੁਤ ਬੜਾ। ਸਾਡੇ ਤੇ ਇਹੀ ਸਰਕਾਰ ਨੂੰ ਬੇਨਤੀ ਆ ਕਿ ਮਿਹਰਬਾਨੀ ਕਰਕੇ ਸਾਡਾ ਇਸ ਜਾਂ ਕੋਈ ਸੀਵਰੇਜ ਪਾਇਆ ਜਾਵੇ, ਪਾਣੀ ਦਾ ਨਿਕਾਸ ਕੱਢਿਆ ਜਾਵੇ ਤਾਂ ਕਿ ਲੋਕ ਆਪਣਾ ਸੌਖੇ ਤਰੀਕੇ ਨਾਲ ਜੀਵਨ ਬਤੀਤ ਕਰ ਸਕਣ। ਦੇਖੋ, ਇੰਨੇ ਹਾਲਾਤ ਮਾੜੇ ਆ, ਪਾਣੀ ਆ ਵਿੱਚ 100 ਗੰਦਮੰਦ ਦੁਨੀਆ ਰੜ ਕੇ ਆ ਰਹੇ ਆ। ਅਸੀਂ ਤਾਂ ਬਹੁਤ, ਸਾਡੇ ਘਰਾਂ ਦੇ ਵਿੱਚ ਇੰਨਾ ਮਾੜਾ ਹਾਲ ਹੋ ਗਿਆ, ਅਸੀਂ ਕੀ ਕਰ ਸਕਦੇ ਹਾਂ। ਹਾਂ ਤਾਂ ਰੋਟੀ ਖਾਣੀ ਵੀ ਬੜੀ ਭੈਜਲ ਹੋਈ ਵੀ ਆ। ਇੰਨੀ ਗੰਦਗੀ 'ਚ ਬਹਿ ਕੇ ਲੰਘਣਾ ਪੈਣਾ ਕਿੰਨਾ ਔਖਾ। ਅਤੇ ਕਿਰਪਾ ਕਰਕੇ ਇਸ ਦਾ ਸਰਕਾਰ ਨੂੰ ਬੇਨਤੀ ਇਹੀ ਕਰਦੇ ਹਾਂ ਵੀ ਇਹਦਾ ਕੁਛ ਸਾਡੇ ਏਰੀਏ ਬਾਰੇ ਕੁਛ ਸੋਚਿਆ ਜਾਵੇ ਤਾਂ ਕਿ ਜਿਹੜਾ ਪਾਣੀ ਹੈ ਕਰਬਟ ਹੋ ਕੇ ਆਪਣੇ ਏਰੀਏ ਵਿੱਚ ਜਾਵੇ, ਤਾਂ ਕਿ ਲੋਕ ਆਪਣੇ ਜੀਵਨ ਸੁਖਾਲਾ ਹੀ ਕਰ ਸਕਣ। ਮਨੁੱਖੀ ਅਧਿਕਾਰ ਮੰਚ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਨੇ ਦੁੱਖ ਜ਼ਾਹਿਰ ਕਰਦਿਆਂ ਭਰੇ ਮਨ ਨਾਲ ਕਿਹਾ ਕਿ ਔਰਤਾਂ ਨਾਲ ਹੋ ਰਹੀਆਂ ਅਣਸੁਖਾਵੀਆਂ ਤੇ ਅਸ਼ਲੀਲਤ ਭਰੀਆਂ ਕਾਰਵਾਈਆਂ ਦੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹੋਇਆਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਅਤੇ ਮਾਣਯੋਗ ਪ੍ਰਧਾਨ ਮੰਤਰੀ ਤੋਂ ਮਨੁੱਖਤਾ ਦੇ ਭਲੇ ਲਈ ਧਰਮ ਨਿਰਪੱਖਤਾ, ਜਾਤ ਨਿਰਪੱਖਤਾ ਅਤੇ ਰਾਜਨੀਤਿਕ ਫਰੰਟ ਤੋਂ ਉੱਪਰ ਉੱਠ ਕੇ ਇਹਨਾਂ ਦਰਿੰਦਗੀਆਂ ਨੂੰ ਕਰੜੀ ਤੋਂ ਕਰੜੀ ਸਜ਼ਾ ਦੇ ਕੇ ਧੀਆਂ ਪੜਾਓ ਅਤੇ ਧੀਆਂ ਬਚਾਓ ਵਰਗੀ ਸੁੱਚੀ ਲਹਿਰ ਨੂੰ ਇਕਸਾਰਤਾ ਦਿੱਤੀ ਜਾਵੇ। ਅੱਜ ਔਰਤ ਵਰਗ ਆਪਣੇ ਆਪ ਨੂੰ ਨਿਹੱਤੀ ਅਤੇ ਬੇਸਹਾਰਾ ਸਮਝਦੀ ਹੋਈ ਘਰ ਤੋਂ ਬਾਹਰ ਨਿਕਲਣਾ ਵੀ ਪਸੰਦ ਨਹੀਂ ਕਰਦੀ, ਕਿਉਂਕਿ ਉਹ ਆਪਣੇ ਆਪ ਨੂੰ ਅਸੁਰੱਖਿਅਤ ਸਮਝਦੀ ਹੈ। ਔਰਤ ਆਪਣੀ ਆਜ਼ਾਦੀ ਨੂੰ ਕਿਵੇਂ ਆਜ਼ਾਦ ਸਮਝੇ? ਕਿਉਂਕਿ ਸਟੇਟ ਮਣੀਪੁਰ ਦੇ ਜ਼ਿਲ੍ਹਾ
ਥੋਬਲ ਵਿੱਚ ਵਾਪਰੀ ਬਹੁਤ ਹੀ ਸ਼ਰਮਨਾਕ ਘਟਨਾ ਤੋਂ ਪੂਰੇ ਦੇਸ਼ ਦੀਆਂ ਔਰਤਾਂ ਭੈਭੀਤ ਹਨ। ਹਰ ਮਨੁੱਖ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਜਦੋਂ ਅਸੀਂ ਬੇਵਸੀ ਦੀ ਹਾਲਤ ਵਿੱਚ ਚਾਹੁੰਦੇ ਹੋਏ ਵੀ ਉਹਨਾਂ ਨੂੰ ਬਚਾ ਨਹੀਂ ਸਕਦੇ। ਉਸ ਸਮੇਂ ਰਾਜਨੀਤਿਕ ਪਾਰਟੀਆਂ ਤੇ ਪ੍ਰਸ਼ਾਸਕ ਲੋਕ ਨੇ ਅੱਗੇ ਹੋ ਕੇ ਦੇਸ਼ ਦੀ ਔਰਤ ਦੀ ਆਬਰੂ ਬਚਾਉਣੀ ਹੁੰਦੀ ਹੈ, ਪਰ ਭਾਰਤ ਦੇ ਕੋਨੇ-ਕੋਨੇ ਵਿੱਚ ਹੋ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਇਹ ਲੋਕ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਸਫਲ ਹਨ। ਮਨੁੱਖੀ ਅਧਿਕਾਰ ਮੰਚ ਹਮੇਸ਼ਾ ਔਰਤਾਂ ਦੇ ਮਾਣ ਸਨਮਾਨ ਲਈ ਅੱਗੇ ਹੋ ਕੇ ਚੱਲਦਾ ਆਇਆ ਹੈ ਤੇ ਚੱਲਦਾ ਹੀ ਰਹੇਗਾ। ਪੰਜਾਬੀ ਫਿਲਮਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਸ਼ਾਹ ਹੈ ਤੇ ਆਏ ਦਿਨ ਬੈਕ ਟੂ ਬੈਕ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਪੰਜਾਬੀ ਫਿਲਮਾਂ ਨੇ ਇੱਕ ਵਾਰੀ ਫਿਰ ਤੋਂ ਨਾਮ ਉੱਚਾ ਕੀਤਾ ਹੈ। 21 ਜੁਲਾਈ ਨੂੰ ਪੂਰੀ ਦੁਨੀਆ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਤੁਫੰਗ। ਆਓ ਗੱਲਬਾਤ ਕਰਦੇ ਹਾਂ ਪੰਜਾਬੀ ਫਿਲਮ ਤੁਫੰਗ ਬਾਰੇ। ਚੰਡੀਗੜ੍ਹ ਦੇ ਐਲਾਂਟੇ ਮਾਲ ਵਿੱਚ ਫਿਲਮ ਦਾ ਪ੍ਰੀਮੀਅਰ ਕੀਤਾ ਗਿਆ ਤੇ ਜਿਸ ਫਿਲਮ ਦੀ ਸਾਰੀ ਟੀਮ ਇਸ ਮੌਕੇ ਹਾਜ਼ਰ ਸੀ। ਇਸ ਖਾਸ ਮੌਕੇ ਤੇ ਫਿਲਮ ਦੀ ਟੀਮ ਨੇ ਕੇਕ ਵੀ ਕੱਟਿਆ ਤੇ ਦਰਸ਼ਕਾਂ ਨੂੰ ਧੰਨਵਾਦ ਵੀ ਕੀਤਾ। ਜ਼ਿਕਰਯੋਗ ਹੈ ਕਿ ਗਾਇਕ ਤੇ ਅਦਾਕਾਰ ਗੁਰੀ, ਜਗਜੀਤ ਸਿੱਧੂ ਤੇ ਰੁਖਸਾਰ ਢਿੱਲੋਂ ਦੀ ਇਸ ਫਿਲਮ ਵਿੱਚ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ ਤੇ ਦਰਸ਼ਕ ਇਸ ਫਿਲਮ ਨੂੰ ਬੇहद ਪਸੰਦ ਕਰ ਰਹੇ ਹਨ। ਇਸ ਪ੍ਰੀਮੀਅਰ ਦੇ ਮੌਕੇ ਤੇ ਵੱਡਾ ਗਰੇਵਾਲ, ਅਦਾਕਾਰ ਕਰਤਾਰ ਚੀਮਾ, ਧੀਰਜ ਕੁਮਾਰ ਤੇ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ। ਇਸ ਫਿਲਮ ਦਾ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਨੇ ਕੀਤਾ ਹੈ ਤੇ ਉਹਨਾਂ ਕਿਹਾ ਹੈ ਕਿ ਉਹਨਾਂ ਵੱਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਗਈ ਸੀ ਜਿਹੜੀ ਦਰਸ਼ਕਾਂ ਨੂੰ ਬੇहद ਪਸੰਦ ਆਈ ਹੈ। ਇਸ ਫਿਲਮ ਵਿੱਚ ਜੈਸਮੀਨ ਕੌਰ, ਮਹਾਬੀਰ ਭੁੱਲਰ, ਅਰਸ਼ ਹੁੰਦਲ, ਬਲਜਿੰਦਰ ਕੌਰ, ਸਤਵੰਤ ਕੌਰ, ਅਨੀਤਾ ਸ਼ਬਦੀਸ਼, ਬਲਵਿੰਦਰ, ਕਰਨਵੀਰ ਖੁਲਾਰ ਤੋਂ ਇਲਾਵਾ ਕਈ ਕਲਾਕਾਰਾਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਫਿਲਮ ਨੂੰ ਲੋਕਾਂ ਵੱਲੋਂ ਬੇहद ਪਸੰਦ ਕੀਤਾ ਗਿਆ ਹੈ ਤੇ ਪੂਰੀ ਦੁਨੀਆ ਵਿੱਚ ਤੁਫੰਗ ਫਿਲਮ ਨੂੰ ਬਹੁਤ ਹੀ ਵੱਡਾ ਹੁੰਗਾਰਾ ਮਿਲ ਰਿਹਾ ਹੈ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।